ਉਹ ਜਗਨਨਾਥਪੁਰੀ ਪਹੁੰਚੇ, ਜੋ ਬਹੁਤ ਵੱਡਾ ਇੱਕ ਮੰਦਿਰ ਹੈ ਉੱਥੇ। ਉੱਥੋਂ ਦੇ ਮੁੱਖ ਸੇਵਾਦਾਰ ਨੇ ਆ ਕੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਸਾਡੇ ਨਾਲ ਅੱਜ ਆਰਤੀ ਸਮੇਂ ਸਾਡੇ ਮੰਦਿਰ ਦੇ ਅੰਦਰ ਦਰਸ਼ਨ ਸਾਨੂੰ ਦਿਓ। ਪਾਤਸ਼ਾਹ ਚਲੇ ਗਏ। ਆਰਤੀ ਜਿਵੇਂ ਉਹ ਕਰਦੇ, ਥਾਲੀਆਂ ਦੇ ਅੰਦਰ ਦੀਵੇ ਜਗਾ ਕੇ, ਧੁਨੀਆਂ ਵਜਾ ਕੇ, ਤੇ ਪਾਤਸ਼ਾਹ ਨੇ ਉੱਥੇ ਇਹ ਸੱਚ ਦਾ ਉਪਦੇਸ਼ ਦਿੱਤਾ ਕਿ ਭਾਈ ਉਸ ਪ੍ਰਮਾਤਮਾ ਦੀ ਬਹੁਤ ਵੱਡੀ ਆਰਤੀ ਹੋ ਰਹੀ ਹੈ। ਗगन में थाल रब चंद दीपक बने, तारका मंडल जनक मोती, धूमल अनलो पवन चवरो करे, सगल बन राय फुलंत ज्योति, कैसी आरती होए भवखंडना तेरी आरती, अनहता शब्द बजंत पेरी। ਉਹ ਪਾਵਨ ਸ਼ਬਦ ਆਪਾਂ ਸਰਵਣ ਕਰ ਰਹੇ ਸੀ, ਜੋ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ ਸਾਨੂੰ ਉਹ ਪੂਰੇ ਬ੍ਰਹਿਮੰਡ ਦੇ ਅੰਦਰ ਅਕਾਲ ਪੁਰਖ ਦੀ ਜੋ ਆਰਤੀ ਹੋ ਰਹੀ ਹੈ ਉਹਦਾ ਸਾਨੂੰ ਗਿਆਨ ਦਿੱਤਾ, ਤੇ ਜੋ ਸ਼ਬਦ ਅਨਹਤਾ ਸ਼ਬਦ ਬਜੰਤ ਭੇਰੀ ਉਹਦਾ ਸਾਰਾ ਆਪਾਂ ਨੂੰ ਸੋਝੀ ਦਿੱਤੀ। ਆਓ ਹੁਣ ਆਪਾਂ ਸਤਿਗੁਰ ਦੇ ਪਾਵਨ ਪਵਿੱਤਰ ਬਾਣੀ ਜੋ ਹੁਕਮ ਹੈ ਆਪਾਂ ਨੂੰ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਜਿੱਥੇ ਅਸੀਂ ਸਤਿਗੁਰ ਦੀ ਪਾਵਨ ਪਵਿੱਤਰ ਗੁਰਬਾਣੀ ਦੁਆਰਾ ਗਿਆਨ ਲੈਣ ਦਾ ਯਤਨ ਕਰਨਾ, ਉੱਥੇ ਨਾਲ ਦੀ ਨਾਲ ਆਪਾਂ ਨੂੰ ਇਤਿਹਾਸਕ ਸਰੋਤ ਵੀ ਚੇਤੇ ਰੱਖਣੇ ਪੈਂਦੇ, ਜਿਨ੍ਹਾਂ ਦੇ ਅੰਦਰੋਂ ਸਾਨੂੰ ਬਹੁਤ ਸਾਰੀ ਸਾਡੇ ਜੀਵਨ ਦੀ ਜਾਂਚ ਮਿਲਦੀ। ਅੱਜ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਉਹਨਾਂ ਦਾ ਗੁਰਤਾ ਗੱਦੀ ਦਿਵਸ ਹੈ। ਸਮੂਹ ਸੰਗਤ ਨੂੰ ਪਾਤਸ਼ਾਹ ਦੇ ਗੁਰਤਾ ਗੱਦੀ ਦਿਵਸ ਦੀਆਂ ਕਰੋੜਾਂ ਵਾਰ ਵਧਾਈਆਂ ਹੋਣ। ਗੁਰਮੁਖਾਂ ਨੇ ਹੁਕਮ ਕਰਿਆ ਕਿ ਅੱਜ ਸਾਨੂੰ ਥੋੜਾ ਬਹੁਤ ਇਸ ਇਤਿਹਾਸ ਦੀ ਵੀ ਵਿਚਾਰ ਕੀਤੀ ਜਾਵੇ। ਗੁਰਮੁਖ ਪਿਆਰਿਓ, ਬਹੁਤ ਕੁਝ ਮਿਲਦਾ ਸਿੱਖਣ ਨੂੰ ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ, ਤੇ ਸਾਡੇ ਮਨ ਦੇ ਅੰਦਰ ਬਹੁਤ ਸਾਰਾ ਪ੍ਰੇਮ ਪ੍ਰਮਾਤਮਾ ਪ੍ਰਤੀ, ਗੁਰੂ ਪ੍ਰਤੀ ਸ਼ਰਧਾ ਬਣਦੀ ਹੈ। ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਸੰਸਾਰ ਦੇ ਅੰਦਰ ਅਵਤਾਰ ਲਾਹੌਰ ਦੇ ਅੰਦਰ ਚੂਨਾ ਮੰਡੀ ਦੇ ਅੰਦਰ ਹੋਇਆ। ਮਾਤਾ ਦਾ ਨਾਮ ਦਇਆ ਕੌਰ ਅਤੇ ਪਿਤਾ ਦਾ ਨਾਮ ਹਰਦਾਸ। ਬਾਲ ਅਵਸਥਾ ਦੇ ਅੰਦਰ ਹੀ ਇਹਨਾਂ ਦੇ ਮਾਤਾ ਜੀ ਸੰਸਾਰ ਚੋਂ ਚੜ੍ਹਾਈ ਕਰਕੇ ਤੇ 7 ਸਾਲ ਦੀ ਉਮਰ ਚ ਇਹਨਾਂ ਦੇ ਪਿਤਾ ਹਰਦਾਸ ਜੀ ਉਹ ਵੀ ਪ੍ਰਭੂ ਨੂੰ ਪਿਆਰੇ ਹੋ ਗਏ। ਇਹਨਾਂ ਦੀ ਪਾਲਣਾ ਪੋਸ਼ਣਾ ਕਰਨ ਵਾਸਤੇ ਇਹਨਾਂ ਦੀ ਨਾਨੀ ਜੀ ਇਹਨਾਂ ਨੂੰ ਬਾਸਰ ਕੇ ਪਿੰਡ ਲੈ ਆਈ, ਜੋ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਜਨਮ ਸਥਾਨ ਹੈ। ਉੱਥੇ ਬੱਚੇ ਨੂੰ ਆਹਰ ਲਾਉਣ ਵਾਸਤੇ ਨਾਲ ਘੁੰਗਣੀਆਂ ਦਾ ਪ੍ਰਸ਼ਾਦ, ਘੁੰਗਣੀਆਂ ਵੇਚਣ ਦਾ ਆਹਰ ਵੀ ਲਾਇਆ, ਤਾਂ ਕਿ ਗਰੀਬੀ ਦੇ ਅੰਦਰ ਥੋੜਾ ਬਹੁਤ ਸਾਡਾ ਜਿਹੜਾ ਘਰ ਦਾ ਉਹ ਗੁਜ਼ਾਰਾ ਵੀ ਚੱਲੇ। ਜਦੋਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਬਚਨ ਪਾ ਕੇ ਗੋਂਦੇ ਮਰਵਾਹੇ ਖੱਤਰੀ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਗੋਇੰਦਵਾਲ ਨਗਰ ਵਸਾਉਣਾ ਚਾਹਿਆ ਤੇ ਉੱਥੇ ਪਹੁੰਚੇ। ਉੱਥੇ ਉਹ ਇਹਨਾਂ ਦੀ ਨਾਨੀ ਜੀ ਨੂੰ ਤੇ ਭਾਈ ਜੇਠਾ ਜੀ ਨੂੰ ਵੀ ਉਸੇ ਸ਼ਹਿਰ ਗੋਇੰਦਵਾਲ ਜਿੱਥੇ ਵਸਾਇਆ ਬੌਲੀ ਸਾਹਿਬ ਬਣਾਉਣਾ ਸੀ, ਉੱਥੇ ਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਲੈ ਕੇ ਪਹੁੰਚੇ। ਉੱਥੇ ਵੀ ਭਾਈ ਜੇਠਾ ਜੀ ਨੇ, ਉਹਨਾਂ ਦੀ ਨਾਨੀ ਜੀ ਨੇ ਘਰ ਦੇ ਗੁਜ਼ਾਰੇ ਵਾਸਤੇ ਇਹ ਘੁੰਗਣੀਆਂ ਵੇਚਣੀਆਂ, ਜਿਹਨੂੰ ਭੁੱਜੇ ਹੋਏ ਛੋਲੇ ਆਪਾਂ ਕਹਿ ਦਿੰਦੇ ਆ ਜਾਂ ਖਿੱਲਾਂ ਕਈ ਲੋਕ ਕਹਿੰਦੇ ਨੇ, ਇਹਦਾ ਛਾਬਾ ਲਾ ਕੇ ਵੇਚਣ ਵਾਸਤੇ ਕਿਰਤ ਨਾਲ ਜੋੜਿਆ। ਕਿਰਤ ਦੇ ਨਾਲ ਨਾਲ ਜਦੋਂ ਪਾਤਸ਼ਾਹ ਵਿਹਲੇ ਹੁੰਦੇ ਤੇ ਗੁਰੂ ਦਰਬਾਰ ਚ ਆ ਕੇ ਜਿੱਥੇ ਸੇਵਾ ਚੱਲ ਰਹੀ ਸੀ, ਬੜਾ ਤਨ ਮਨ ਧਨ ਦੇ ਨਾਲ ਸੇਵਾ ਕਰਦੇ।
ਸੇਵਾ ਕਰਦਿਆਂ ਕਰਦਿਆਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਉਹਨਾਂ ਨੇ ਮਨ ਮੋਹ ਲਿਆ, ਕਿਉਂਕਿ ਸਾਰਿਆਂ ਤੋਂ ਵੱਡੀ ਗੱਲ ਆ ਗੁਰੂ ਦੀ ਖੁਸ਼ੀ। ਜਦੋਂ ਕਿਸੇ ਤੇ ਗੁਰੂ ਦੀ ਖੁਸ਼ੀ ਆ ਜਾਵੇ ਤਾਂ ਸਾਡੇ ਜੀਵਨ ਦੇ ਲੇਖ ਪਲਟ ਜਾਂਦੇ ਆ। ਇੱਕ ਦਿਨ ਐਸਾ ਖੇਡ ਵਾਪਰਿਆ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਮਹਿਲ ਮਾਤਾ ਮਨਸਾ ਦੇਵੀ ਨੇ ਬੇਨਤੀ ਕੀਤੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਚਰਨਾਂ 'ਚ, ਕਿਉਂਕਿ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਘਰ ਦੋ ਪੁੱਤਰ ਸਨ ਤੇ ਦੋ ਪੁੱਤਰੀਆਂ। ਪੁੱਤਰ ਬਾਬਾ ਮੋਹਨ ਜੀ ਤੇ ਮੋਹਰੀ ਜੀ, ਪੁੱਤਰੀਆਂ ਬੀਬੀ ਦਾਨੀ ਜੀ ਔਰ ਭਾਨੀ ਜੀ। ਬੇਨਤੀ ਕੀਤੀ ਮਨਸਾ ਦੇਵੀ ਨੇ ਕਿ ਹੈ ਪਤੀ ਪਰਮੇਸ਼ਰ, ਤੁਸੀਂ ਸਾਰਾ ਕੁਝ ਜਾਣੀ ਜਾਣੋ, ਪਰ ਫਿਰ ਵੀ ਮੈਂ ਇੱਕ ਤੁਹਾਡੀ ਅਰਧ ਸਰੀਰੀ ਹੋਣ ਦੇ ਨਾਤੇ ਇੱਕ ਬੇਨਤੀ ਕਰਨੀ ਚਾਹੁੰਦੀ ਆ ਕਿ ਆਪਣੀ ਬੱਚੀ ਬੀਬੀ ਭਾਨੀ ਜਵਾਨ ਹੋ ਗਈ, ਇਹਦੇ ਵਾਸਤੇ ਕੋਈ ਵਰ ਦੇਖਿਆ ਜਾਵੇ। ਪਰਮਾਤਮਾ ਦੇ ਰੰਗਾਂ ਚ ਰੰਗੇ ਹੋਏ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਦੱਸੋ ਜੀ ਕਿਹੋ ਜਿਹਾ ਬੱਚਾ ਚਾਹੀਦਾ, ਕਿਹੋ ਜਿਹਾ ਵਰ ਆਪਾਂ ਲੱਭੀਏ। ਤੇ ਸਾਹਮਣੇ ਖੜੇ ਭਾਈ ਜੇਠਾ ਜੀ ਸੇਵਾ ਕਰਦਿਆਂ ਦੀ ਨਜ਼ਰ ਜਦੋਂ ਮਨਸਾ ਦੇਵੀ ਦੀ ਪਈ, ਸਹਿ ਸੁਭਾਏ ਬਚਨ ਹੋ ਗਿਆ ਕਿ ਇਹੋ ਜਿਹਾ ਲੜਕਾ ਕੋਈ ਲੱਭੋ। ਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਸਹਿ ਸੁਭਾਅ ਜਾਣੀ ਜਾਣ ਸਤਿਗੁਰੂ ਨੇ ਕਹਿਤਾ ਕਿ ਮਨਸਾ ਦੇਵੀ ਇਹਦੇ ਵਰਗਾ ਤਾਂ ਫਿਰ ਇਹੋ ਹੀ ਆ, ਆਪਾਂ ਇਸੇ ਜੇਠੇ ਦੇ ਨਾਲ ਹੀ ਆਪਣੀ ਬੀਬੀ ਭਾਨੀ ਦਾ ਜਿਹੜਾ ਰਿਸ਼ਤਾ ਉਹ ਪੱਕਾ ਕਰ ਦਿੰਨੇ ਆ। ਹੁਣ ਮਨਸਾ ਦੇਵੀ ਦੇ ਮਨ ਦੇ ਅੰਦਰ ਦੁਨਿਆਵੀ ਖਿਆਲ ਪ੍ਰਗਟ ਹੋ ਗਿਆ, ਜਾਂ ਫਿਰ ਇਹ ਕਹਿ ਲਈਏ ਕਿ ਉਹਨਾਂ ਨੂੰ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਇੱਕ ਮਨੁੱਖੀ ਲੀਲਾ ਕਰਦੇ ਹੋਏ ਸਾਨੂੰ ਜੀਵਾਂ ਨੂੰ ਸਮਝਾਉਣ ਦੇ ਵਾਸਤੇ ਇਹ ਸਾਰੇ ਇਤਿਹਾਸ ਰਚੇ। ਮਨਸਾ ਦੇਵੀ ਮਾਤਾ ਨੇ ਸਹਿ ਸੁਭਾਅ ਬੇਨਤੀ ਕੀਤੀ, ਪਾਤਸ਼ਾਹ ਤੁਹਾਡੀ ਸ਼ਕਤੀ ਨੂੰ ਤਾਂ ਮੈਂ ਜਾਣਦੀ ਹਾਂ, ਤੁਹਾਡੀ ਪਸੰਦ ਤੋਂ ਇਨਕਾਰੀ ਵੀ ਨਹੀਂ ਕੀਤੀ ਜਾ ਸਕਦੀ, ਪਰ ਇੱਕ ਗੱਲ ਦਾ ਮਨ ਦੇ ਅੰਦਰ ਜ਼ਰੂਰ ਆ, ਜਿਸ ਤਰ੍ਹਾਂ ਅੱਜ ਵੀ ਆਪਾਂ ਵੇਖਦੇ ਹਾਂ ਕੋਈ ਵੀ ਇਨਸਾਨ ਆਪਾਂ ਆਪਣੀ ਲੜਕੀ ਵਾਸਤੇ ਵਰ ਵੇਖਣ ਜਾਂਦੇ ਆ, ਹਰੇਕ ਦੇ ਮਨ ਦੀ ਇੱਛਾ ਹੁੰਦੀ ਆ ਕਿ ਚੰਗਾ ਸੋਹਣਾ ਵਰ ਹੋਵੇ, ਚੰਗਾ ਘਰ-ਬਾਰ ਹੋਵੇ ਤੇ ਚੰਗੀਆਂ ਜਾਇਦਾਦਾਂ ਹੋਣ ਤਾਂ ਕਿ ਸਾਡੀ ਧੀ ਸੁਖਾਲੀ ਰਵੇ। ਮਨਸਾ ਦੇਵੀ ਮਾਤਾ ਨੇ ਬੇਨਤੀ ਕੀਤੀ, ਪਾਤਸ਼ਾਹ ਇਹ ਤਾਂ ਬਹੁਤ ਗਰੀਬ ਆ, ਇਹਦੇ ਤਾਂ ਤਨ ਤੇ ਕੱਪੜੇ ਵੀ ਨਹੀਂ ਹੈ, ਰਹਿਣ ਵਾਸਤੇ ਕੋਈ ਮਕਾਨ ਵੀ ਨਹੀਂ ਹੈ, ਥੋੜੀ ਜੀ ਵਿਚਾਰ ਕਰ ਲਓ ਮਨ ਦੇ ਅੰਦਰ, ਸਾਡੀ ਇਨਕਾਰੀ ਵੀ ਤੁਹਾਡੇ ਮੂਹਰੇ ਕੋਈ ਨਹੀਂ। ਬੜੀ ਨਿਮਰਤਾ ਦੇ ਨਾਲ ਮਨਸਾ ਦੇਵੀ ਨੇ ਭਾਈ ਜੇਠਾ ਜੀ ਦੀ ਗਰੀਬੀ ਦੀ ਹਾਲਤ ਵੇਖ ਕੇ, ਕਿਉਂਕਿ ਮਾਤਾ ਪਿਤਾ ਸਿਰ ਤੇ ਨਹੀਂ ਹੈ, ਕੋਈ ਘਰ-ਬਾਰ ਨਹੀਂ ਹੈ, ਲਾਹੌਰ ਤੋਂ ਚੱਲ ਕੇ ਬਾਸਰਕੇ ਆ ਗਏ, ਬਾਸਰਕਿਆਂ ਤੋਂ ਛੱਡ ਕੇ ਗੋਂਦਵਾਲ ਸਾਹਿਬ ਆ ਗਏ, ਤੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਰੱਬ ਦੇ ਰੰਗਾਂ ਚ ਰੰਗਿਆ ਹੋਇਆਂ ਨੇ ਪਤਾ ਕੀ ਅੱਗੋਂ ਬਚਨ ਕੀਤੇ, ਕਹਿੰਦੇ ਮਨਸਾ ਦੇਵੀ ਜਿਹੜੇ ਤੂੰ ਘਰ ਦੀ ਗੱਲ ਕਰਦੀ ਆ, ਜਿਹੋ ਜਿਹਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਦਾ ਘਰ ਹੋਵੇਗਾ, ਦੁਨੀਆ ਦੇ ਕਿਸੇ ਰਾਜੇ ਮਹਾਰਾਜੇ ਕੋਲੇ ਵੀ ਇਹੋ ਜਿਹਾ ਘਰ ਨਹੀਂ ਹੋਵੇਗਾ। ਉਹ ਅੱਜ ਆਪਾਂ ਪ੍ਰਤੱਖ ਵੇਖ ਰਹੇ ਹਾਂ ਕਿ ਗੁਰੂ ਰਾਮਦਾਸ ਸਾਹਿਬ ਮਹਾਰਾਜ ਦਾ ਘਰ ਸੱਚਖੰਡ ਦਰਬਾਰ ਸ੍ਰੀ ਅੰਮ੍ਰਿਤਸਰ ਸਾਹਿਬ ਪੂਰੀ ਦੁਨੀਆ 'ਚ ਕਿਸੇ ਰਾਜੇ ਮਹਾਰਾਜੇ ਕੋਲੇ ਨਹੀਂ। ਤੋਂ ਮਨਸਾ ਦੇਵੀ ਵਿਚਾਰ ਲੈ ਕੇ ਬੈਠੀਆਂ ਮਨ ਦੇ ਅੰਦਰ ਕਿ ਇਹਦੇ ਫਟੇ ਹੋਏ ਕੱਪੜੇ ਨੇ, ਪਹਿਨਣ ਨੂੰ ਇਹਦੇ ਕੋਲੇ ਕੱਪੜੇ ਨੇ, ਸਮਾਂ ਆਵੇਗਾ ਤੇ ਇਸੇ ਜਿਹੋ ਜਿਹੇ ਕੱਪੜੇ ਇਹ ਪਹਿਨੇਗਾ, ਸੰਸਾਰ ਦੇ ਅੰਦਰ ਕਿਸੇ ਕੋਲੇ ਕੱਪੜੇ ਹੋਣਗੇ ਨਹੀਂ। ਅੱਜ ਆਪਾਂ ਵੇਖ ਰਹੇ ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਪਾਤਸ਼ਾਹ ਦੇ ਹਰ ਰੋਜ਼ ਲੱਖਾਂ ਰੁਪਏ ਦੇ ਚੰਦੋਏ ਤੇ ਰਮਾਲੇ ਚੜ ਰਹੇ ਆ। ਤੂੰ ਸਹਿ ਸੁਭਾਅ ਵਿਚਾਰ ਕਰ ਰਹੀ ਆ ਕਿ ਇਹਦੇ ਕੋਲੇ ਖਾਣ ਨੂੰ ਕੋਈ ਭੋਜਨ ਨਹੀਂ ਹੈ, ਸਮਾਂ ਆਵੇਗਾ ਵੇਖੇਂਗੀ ਤੂੰ ਇਹਦੇ ਦਰ ਦੇ ਉੱਪਰੋਂ ਤਾਂ ਲੱਖਾਂ ਲੋਕ ਭੋਜਨ ਛਕ ਛਕ ਕੇ ਜਾਇਆ ਕਰਨਗੇ। ਅੱਜ ਪ੍ਰਤੱਖ ਆਪਾਂ ਵੇਖ ਰਹੇ ਹਾਂ
ਕਿ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਲੰਗਰਾਂ ਚੋਂ ਜਿਹਨੂੰ ਦੁਨੀਆ ਦੀ ਸਾਰਿਆਂ ਤੋਂ ਵੱਡੀ ਰਸੋਈ ਦਾ ਖਿਤਾਬ ਮਿਲ ਗਿਆ ਤੇ ਕਿੰਨੇ ਲੋਕ ਪ੍ਰਸ਼ਾਦਾ ਛਕ ਕੇ ਜਾ ਰਹੇ ਆ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਧੀਰਜ ਦੇ ਕੇ ਆਪਣੀ ਸੁਪੁੱਤਰੀ ਬੀਬੀ ਭਾਨੀ ਦਾ ਗੁਰੂ ਰਾਮਦਾਸ ਸਾਹਿਬ ਮਹਾਰਾਜ, ਜਿਨ੍ਹਾਂ ਦਾ ਉਦੋਂ ਨਾਮ ਜੇਠਾ ਸੀ, ਉਹਦੇ ਨਾਲ ਰਿਸ਼ਤਾ ਪੱਕਾ ਕਰ ਦਿੱਤਾ ਗਿਆ। ਰਿਸ਼ਤਾ ਹੋਣ ਤੋਂ ਬਾਅਦ ਵੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਬੜੀ ਪਿਆਰ ਦੇ ਨਾਲ ਗੁਰੂ ਦਰਬਾਰ ਦੀ ਸੇਵਾ ਕੀਤੀ। ਮਨ ਦੇ ਅੰਦਰ ਕਿਤੇ ਇਹ ਨਹੀਂ ਰੱਖਿਆ ਕਿ ਮੈਂ ਇਸ ਘਰ ਦਾ ਹੁਣ ਰਿਸ਼ਤਾ ਜੁੜ ਗਿਆ, ਜਵਾਈ ਬਣ ਗਿਆ। ਜਿਸ ਤਰ੍ਹਾਂ ਪਹਿਲਾਂ ਸੇਵਾ ਕਰਦੇ ਉਸੇ ਤਰ੍ਹਾਂ ਬਾਅਦ ਦੇ ਅੰਦਰ ਸੇਵਾ ਕਰਨੀ ਜਾਰੀ ਰੱਖੀ। ਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਵੀ ਬੜੀਆਂ ਖੁਸ਼ੀਆਂ ਬਖਸ਼ੀਆਂ, ਕਿਉਂਕਿ ਇੰਨੀ ਨਿਮਰਤਾ ਸੀ ਗੁਰੂ ਰਾਮਦਾਸ ਸਾਹਿਬ ਮਹਾਰਾਜ। ਇਤਿਹਾਸ 'ਚ ਜ਼ਿਕਰ ਆ ਕਿ ਇੱਕ ਵਾਰ ਜਦੋਂ ਕੁੰਭ ਦੇ ਮੇਲੇ ਤੇ ਲੋਕ ਹਰਿਦੁਆਰ ਜਾ ਰਹੇ ਸੀ ਤਾਂ ਲਾਹੌਰ ਤੋਂ ਵੀ ਸੰਗਤ ਚੱਲ ਕੇ ਹਰਿਦੁਆਰ ਨੂੰ ਜਾ ਰਹੀ ਸੀ, ਜਿਨ੍ਹਾਂ ਨੇ ਗੋਇੰਦਵਾਲ ਸਾਹਿਬ ਦੇ ਪੱਤਣ ਤੇ ਰੁਕ ਕੇ ਵਿਸ਼ਰਾਮ ਕੀਤਾ। ਤੇ ਉਹਨਾਂ ਨੂੰ ਪਤਾ ਲੱਗਿਆ ਕਿ ਜੋ ਸਾਡਾ ਉੱਥੋਂ ਜੇਠੇ ਨਾਮ ਦਾ ਲੜਕਾ, ਜਿਹਦੇ ਮਾਤਾ ਪਿਤਾ ਸੰਸਾਰ ਤੋਂ ਚਲੇ ਗਏ ਸੀ, ਉਹਨਾਂ ਦੀ ਨਾਨੀ ਉਹਨਾਂ ਨੂੰ ਵਸਰ ਕੇ ਲੈ ਕੇ ਆ ਗਈ ਸੀ, ਕਿਉਂਕਿ ਕੁਝ ਨੇੜੇ ਦੇ ਚਾਚੇ ਤਾਏ ਵੀ ਸਨ ਉਸ ਸੰਗਤ ਦੇ ਅੰਦਰ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਦਾ ਏਡਾ ਵੱਡਾ ਲੰਗਰ ਚੱਲ ਰਿਹਾ, ਗੁਰੂ ਨਾਨਕ ਦੇ ਘਰ ਦੀ ਦੁਨੀਆ ਦੇ ਅੰਦਰ ਮਹਿਕ ਖਿੰਡ ਚੁੱਕੀ ਸੀ, ਤੇ ਇੱਥੋਂ ਤੱਕ ਪਤਾ ਲੱਗ ਗਿਆ ਕਿ ਇੱਥੇ ਅਕਬਰ ਵਰਗੇ ਬਾਦਸ਼ਾਹ ਵੀ ਆਏ, ਜਿਨ੍ਹਾਂ ਨੇ ਪੰਗਤ 'ਚ ਬਹਿ ਕੇ ਲੰਗਰ ਛਕਿਆ ਤੇ ਗੁਰੂ ਘਰ ਦੀ ਮਰਜ਼ਾਦਾ ਨੂੰ ਵੇਖ ਕੇ ਇੰਨੇ ਖੁਸ਼ ਹੋ ਗਏ ਕਿ ਝਵਾਲ ਦਾ ਜਿੰਨਾ ਪਰਗਣਾ ਸੀ ਉਹ ਜੰਗੀਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਨਾਂ ਕਰਕੇ ਸੀ ਪਟਾ। ਉਹਨਾਂ ਨੇ ਖੁਸ਼ ਹੋ ਕੇ ਫਿਰ ਗੁਰੂ ਰਾਮਦਾਸ ਸਾਹਿਬ ਮਹਾਰਾਜ ਤੇ ਬੀਬੀ ਭਾਨੀ ਦੇ ਨਾਂ ਕਰਤਾ ਸੀ, ਜਿੱਥੇ ਬਾਬਾ ਬੁੱਢਾ ਜੀ ਨੇ ਖੇਤੀ ਕਰਾਈ, ਜਿਹਨੂੰ ਆਪਾਂ ਅੱਜ ਬੀੜ ਦਾ ਨਾਂ ਵੀ ਦਿੰਦੇ ਆ। ਇਹ ਅਕਬਰ ਨੇ ਗੁਰੂ ਰਾਮਦਾਸ ਸਾਹਿਬ, ਗੁਰੂ ਅਮਰਦਾਸ ਸਾਹਿਬ ਮਹਾਰਾਜ ਨੂੰ ਦਾਨ ਵਜੋਂ ਦਿੱਤਾ ਸੀ। ਪ੍ਰਭਾਵਿਤ ਕਿਵੇਂ ਹੋਇਆ? ਕਿਉਂਕਿ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਗੋਇੰਦਵਾਲ ਇਹ ਸੰਗਤ ਅਤੇ ਪੰਗਤ ਦੀ ਰੀਤੀ ਚਲਾਈ, ਕੁਝ ਕੁ ਬ੍ਰਾਹਮਣ ਲੋਕਾਂ ਨੇ ਇਹ ਤੇ ਇਤਰਾਜ਼ ਕੀਤਾ ਤੇ ਇਹ ਸ਼ੂਦਰ ਤੇ ਉੱਚੀ ਸ਼੍ਰੇਣੀ ਦੇ ਲੋਕ ਇੱਕ ਜਗ੍ਹਾ ਬੈਠ ਕੇ ਭੋਜਨ ਛਕਦੇ ਆ। ਉਹਨਾਂ ਦੇ ਮਨ 'ਚ ਉਹਨਾਂ ਦੀ ਸਿੱਖਿਆ ਮੁਤਾਬਕ ਕਹਿੰਦੇ ਜੀ ਮਰਜ਼ਾਦਾ ਭੰਗ ਹੋ ਗਈ। ਉਹਨਾਂ ਨੇ ਜਦੋਂ ਲਾਹੌਰ ਅਕਬਰ ਆਇਆ ਤੇ ਉਹਦੇ ਕੋਲ ਸ਼ਿਕਾਇਤ ਕੀਤੀ ਤੇ ਸੱਦਾ ਪੱਤਰ ਆਇਆ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੂੰ ਕਿ ਆ ਕੇ ਜੀ ਉੱਥੇ ਆਪਣਾ ਪੱਖ ਰੱਖੋ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਬਾਬਾ ਬੁੱਢਾ ਜੀ ਹੋਰਾਂ ਨਾਲ ਸਲਾਹ ਕਰਕੇ ਭਾਈ ਜੇਠਾ ਜੀ ਨੂੰ ਇਹ ਕਿਹਾ ਕਿ ਤੁਸੀਂ ਜਾਓ ਲਾਹੌਰ, ਅਕਬਰ ਬਾਦਸ਼ਾਹ ਦੇ ਉਹਦੇ ਮਨ ਦੇ ਭੁਲੇਖੇ ਦੂਰ ਕਰ ਦਿਓ। ਭਾਈ ਜੇਠਾ ਜੀ ਨੇ ਬੇਨਤੀ ਕੀਤੀ, ਪਾਤਸ਼ਾਹ ਮੈਨੂੰ ਤਾਂ ਕੁਝ ਆਉਂਦਾ ਨਹੀਂ, ਉੱਥੇ ਵੱਡੇ ਵੱਡੇ ਵਿਦਵਾਨ ਹੋਣਗੇ, ਪੰਡਤ, ਉਹ ਸਵਾਲ ਕਰਨਗੇ ਤੇ ਮੇਰੇ ਕੋਲੇ ਤਾਂ ਇੰਨੀ ਵਿਦਿਆ ਨਹੀਂ ਹੈ, ਮੈਂ ਉਹਨਾਂ ਦੇ ਸਵਾਲਾਂ ਦਾ ਜਵਾਬ ਕਿਵੇਂ ਦੇਵਾਂਗਾ। ਤਾਂ ਇਤਿਹਾਸਕਾਰ ਨੇ ਲਿਖਿਆ, ਕਹਿੰਦੇ ਤੁਸੀਂ ਇਉਂ ਕਰਿਓ, ਜਦੋਂ ਉਹ ਤੁਹਾਡੇ ਤੇ ਸਵਾਲ ਕਰਨ, ਤੁਹਾਨੂੰ ਕੋਈ ਮੁਸ਼ਕਲ ਲੱਗੇ, ਤੁਸੀਂ ਸਾਨੂੰ ਯਾਦ ਕਰਕੇ ਸੱਜੇ ਮੋਢੇ ਵੱਲ ਝਾਕ ਲਿਓ, ਜਿਹੜਾ ਵੀ ਉਹ ਸਵਾਲ ਕਰਨਗੇ ਉਹਦਾ ਉੱਤਰ ਤੁਹਾਡੇ ਅੰਦਰੋਂ ਆ ਜਾਇਆ ਕਰੂਗਾ। ਐਸਾ ਹੀ ਹੋਇਆ। ਭਾਈ ਜੇਠਾ ਜੀ ਅਕਬਰ ਦੇ ਦਰਬਾਰ ਦੇ ਅੰਦਰ ਪਹੁੰਚੇ। ਦਰਬਾਰ ਦੇ ਅੰਦਰ ਪਹੁੰਚਣ ਤੋਂ ਬਾਅਦ ਜਦੋਂ ਉਹਨਾਂ ਨੇ ਫਿਰ ਦੇਖਿਆ ਉੱਥੇ ਸਵਾਲ ਜਵਾਬ ਚੱਲੇ, ਬੜੀ ਸੰਤੁਸ਼ਟੀ ਦੇ ਨਾਲ ਸਾਰਿਆਂ ਦੇ ਸਵਾਲਾਂ ਦੇ ਉੱਤਰ ਦਿੱਤੇ। ਫਿਰ ਉਹ ਜਿਹੜੇ ਪੰਡਤ ਲੋਕ ਸੀ, ਬ੍ਰਾਹਮਣ, ਉਹ ਕਹਿੰਦੇ ਜੀ ਇਹ ਗਾਇਤਰੀ ਮੰਤਰ ਨਹੀਂ ਜਾਣਦੇ। ਫਿਰ ਗੁਰੂ ਰਾਮਦਾਸ ਜੀ ਭਾਈ ਜੇਠੇ ਦੇ ਰੂਪ ਚ ਉਹਨਾਂ ਨੇ ਗਾਇਤਰੀ ਮੰਤਰ ਬੜੇ ਪਿਆਰ ਨਾਲ ਪੜ੍ਹ ਕੇ ਸਮੇਤ ਅਰਥ ਤੇ ਉਹਦਾ ਸਾਰਾ ਜਦੋਂ ਗਿਆਨ ਦਿੱਤਾ ਤਾਂ ਉਹ ਫਿਰ ਧੰਨ ਧੰਨ ਕਰਦੇ ਹੋਏ ਅਕਬਰ ਦੇ ਦਰਬਾਰ ਚੋਂ ਬਾਹਰ ਗਏ।
ਤੇ ਅਕਬਰ ਇੰਨਾ ਪ੍ਰਭਾਵਿਤ ਹੋ ਗਿਆ, ਉਹਨੇ ਬੇਨਤੀ ਕੀਤੀ ਭਾਈ ਜੇਠਾ ਜੀ ਨੂੰ ਕਿ ਜਦੋਂ ਮੈਂ ਕਿਤੇ ਇੱਧਰ ਵਾਪਸ ਜਾਵਾਂਗਾ, ਮੈਂ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਦਰਸ਼ਨ ਜ਼ਰੂਰ ਕਰਕੇ ਜਾਵਾਂਗਾ। ਜਦੋਂ ਦਰਸ਼ਨ ਕਰਨ ਆਇਆ ਤਾਂ ਉਹਨੇ ਫਿਰ ਉਸੇ ਸਮੇਂ ਜਦੋਂ ਪਾਤਸ਼ਾਹ ਦੇ ਦਰਬਾਰ ਦੀ ਇਹ ਸਾਰੀ ਮਰਜ਼ਾਦਾ ਵੇਖੀ, ਝਵਾਲ ਦੇ ਸਾਰੇ ਪਰਗਣੇ ਨੂੰ ਤੇ ਉਹ ਜਗੀਰ ਸੀ ਜਿਹੜੀ, ਉਹ ਉਹਨਾਂ ਨੇ ਲਵਾਤੀ ਨੌ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ। ਇਸੇ ਤਰ੍ਹਾਂ ਚਲਦੇ ਚਲਦੇ ਉਹ ਜਦੋਂ ਆਏ, ਉਹਨਾਂ ਦੇ ਮਨ ਦੇ ਅੰਦਰ ਦੁਨੀਆਦਾਰੀ ਦੇ ਵਿਚਾਰ ਸੀ ਕਿ ਇਹ ਜਿਹੜਾ ਭਾਈ ਜੇਠਾ ਜੀ ਹੈ, ਇਹ ਤਾਂ ਹੁਣ ਇਸ ਘਰ ਦਾ ਜਵਾਈ ਬਣ ਗਿਆ, ਸਾਡਾ ਨਗਰ ਦਾ ਵਾ। ਜਦੋਂ ਅਸੀਂ ਮੁੰਡੇ ਵਾਲੇ ਆ, ਜਦੋਂ ਉੱਥੇ ਦਰਬਾਰ ਚ ਜਾਵਾਂਗੇ, ਸਾਡੀ ਵਿਸ਼ੇਸ਼ ਆਊ ਭਗਤ ਹੋਊਗੀ, ਜਿਵੇਂ ਦੁਨੀਆਦਾਰੀ ਦੇ ਲੋਕਾਂ ਦੀ ਸੋਚ ਹੁੰਦੀ। ਪਰ ਹੋਇਆ ਉਲਟ। ਜਦੋਂ ਉਹਨਾਂ ਨੇ ਆ ਕੇ ਵੇਖਿਆ ਤਾਂ ਭਾਈ ਜੇਠਾ ਜੀ ਉਸ ਸਮੇਂ ਵੀ ਉੱਥੇ ਚੱਲ ਰਹੀ ਸੇਵਾ ਦੇ ਅੰਦਰ ਸਿਰ ਤੇ ਟੋਕਰੀ ਚੱਕ ਕੇ ਮਿੱਟੀ ਦੀ ਸੇਵਾ ਕਰ ਰਹੇ ਸੀ, ਜਿਹਨੂੰ ਵੇਖ ਕੇ ਬਹੁਤ ਪਰੇਸ਼ਾਨ ਹੋਏ। ਇੰਨੇ ਉਹ ਕ੍ਰੋਧ ਦੇ ਅੰਦਰ ਆਏ, ਉਹਨਾਂ ਨੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੂੰ ਵੀ ਵੱਧ ਘੱਟ ਬੋਲੇ। ਇਤਿਹਾਸਕਾਰ ਲਿਖਦਾ। ਪਰ ਭਾਈ ਜੇਠਾ ਜੀ ਨੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਚਰਨਾਂ 'ਚ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰਿਓ, ਦਿਆਲਤਾ ਦੇ ਘਰ 'ਚ ਰਿਓ। ਇਹ ਭੁੱਲੜ ਲੋਕ ਨੇ, ਅਗਿਆਨਤਾ ਦੇ ਵਸ ਨੇ, ਇਹ ਤੁਹਾਡੀ ਮਹਿਮਾ ਨੂੰ ਜਾਣਦੇ ਨਹੀਂ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਬਹੁਤ ਖੁਸ਼ ਹੋਏ ਕਿ ਭਾਈ ਜੇਠਾ ਜੀ ਦੇ ਮਨ ਦੇ ਅੰਦਰ ਸਾਡੇ ਪ੍ਰਤੀ ਕਿੰਨੀ ਸ਼ਰਧਾ ਹੈ। ਇਸੇ ਤਰ੍ਹਾਂ ਚੱਲਦਾ ਗਿਆ ਸਿਸਟਮ ਤੇ ਹੋਇਆ ਕਿ ਹੁਣ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਉਹਨਾਂ ਨੇ ਆਪਦਾ ਇੱਕ ਦਿਨ, ਦੇਖੋ ਇਤਿਹਾਸ ਦੇ ਅੰਦਰ ਕਿਹੋ ਜਿਹੇ ਪੱਖ ਨੇ। ਦੁਨੀਆ ਦੇ ਅੰਦਰ ਆਪਾਂ ਰਾਜੇ ਮਹਾਰਾਜੇ ਵੇਖ ਸਕਦੇ ਆ, ਅਮੀਰ ਲੋਕ ਦੇਖ ਸਕਦੇ ਆ, ਜਿਹੜੇ ਕਿਸੇ ਨੂੰ ਕੋਈ ਜਾਇਦਾਦ ਦਾਨ ਕਰ ਸਕਦੇ ਆ, ਦੁਨੀਆ ਦਾ ਪਦਾਰਥ ਦਾਨ ਕਰ ਸਕਦੇ ਆ। ਇਹ ਚੱਲਦਾ ਸੰਸਾਰ ਦੇ ਅੰਦਰ। ਇੱਥੇ ਕਰਨ ਵਰਗੇ ਦਾਨੀਆਂ ਦੀਆਂ ਗੱਲਾਂ ਵੀ ਚੱਲਦੀਆਂ ਸੰਸਾਰ ਦੇ ਅੰਦਰ, ਕਿ ਜਿਹੜੇ ਆਪਣਾ ਸਵਾ ਮਣ ਸੋਨਾ ਰੋਜ਼ ਦਾਨ ਕਰਦਿਆ ਕਰਦੇ। ਇੱਥੇ ਹਰੀਚੰਦਰ ਰਾਜੇ ਵਰਗੇ ਦੀਆਂ ਗੱਲਾਂ ਵੀ ਆਪਾਂ ਸੁਣਦੇ, ਜਿਨ੍ਹਾਂ ਦੇ ਨਾਂ ਚੱਲਦੇ ਆ ਦਾਨ ਦੇ ਪ੍ਰਥਾ ਏ। ਪਰ ਸਾਰਿਆਂ ਤੋਂ ਵੱਡਾ ਜਿਹੜਾ ਇੱਥੇ ਇਤਿਹਾਸਕ ਪੱਖ ਆਪਾਂ ਨੇ ਹੁਣ ਦੇਖਣਾ, ਕਿ ਕੋਈ ਇਨਸਾਨ ਆਪਣੀ ਉਮਰ ਨਹੀਂ ਕਿਸੇ ਨੂੰ ਦੇ ਸਕਦਾ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇੱਕ ਦਿਨ ਅੰਤਰ ਧਿਆਨ ਹੋ ਕੇ ਵੇਖਿਆ ਕਿ ਇਹ ਜਿਹੜਾ ਭਾਈ ਜੇਠਾ ਜੀ ਆ, ਇਹਨਾਂ ਦੀ ਉਮਰ ਤਾਂ ਬਹੁਤ ਥੋੜੀ ਰਹਿ ਗਈ, ਕਿਉਂਕਿ ਵੇਖ ਲਿਆ ਆਪਦੀ ਅੰਤਰ ਧਿਆਨ ਰੂਹਾਨੀਅਤ ਦੀ ਸ਼ਕਤੀ ਦੁਆਰਾ। ਫਿਰ ਹੁਣ ਉਹਨਾਂ ਦੇ ਮਨ ਦੇ ਅੰਦਰ ਇਹ ਵਿਚਾਰ ਬਣੀ ਕਿ ਕਿਉਂ ਨਾ ਆਪਾਂ ਇਹ ਗੁਰਤਾ ਗੱਦੀ ਦਾ ਜਿਹੜਾ ਕਾਰਜ ਆ, ਇਹਦੀ ਪਰਖ ਕਰੀਏ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਆਪਾਂ ਵੇਖਦੇ ਆ ਕਿ ਪਰਖ ਕੇ ਹੁੰਦੀ ਰਹੀ, ਫੇਰ ਇਹ ਜ਼ਿੰਮੇਵਾਰੀ ਮਿਲੀ। ਹੁਣ ਗੁਰੂ ਅਮਰਦਾਸ ਸਾਹਿਬ ਜੀ ਦੇ ਮੂਹਰੇ ਦੋਨੋਂ ਬੇਟੀਆਂ ਨੇ, ਬੀਬੀ ਦਾਨੀ ਔਰ ਭਾਨੀ, ਦੋਨੋਂ ਜਵਾਈ ਨੇ, ਭਾਈ ਜੇਠਾ ਜੀ ਔਰ ਰਾਮਾ ਜੀ। ਦੋਨੋਂ ਹੀ ਬੜੇ ਆਗਿਆਕਾਰ ਨੇ, ਦੋਨੋਂ ਹੀ ਬੜੀ ਵੱਧ ਚੜ ਕੇ ਸੇਵਾ ਕਰਦੇ ਨੇ। ਪਾਤਸ਼ਾਹ ਨੇ ਹੁਣ ਉਹਨਾਂ ਦਾ ਜਿਹੜਾ ਪਰਖ ਆ, ਉਹ ਦੇਖੋ ਕਿਵੇਂ ਕੀਤੀ। ਇੱਕ ਗੁਰੂ ਅਮਰਦਾਸ ਸਾਹਿਬ ਮਹਾਰਾਜ ਇੱਕ ਦਿਨ ਸਹਿ ਸੁਭਾਅ ਵਚਨ ਕੀਤਾ, ਦੋਨਾਂ ਨੂੰ ਕੋਲੇ ਬੁਲਾਇਆ, ਭਾਈ ਜੇਠੇ, ਭਾਈ ਰਾਮੇ, ਆਓ ਸਾਡੀ ਵਚਨ ਸੁਣੋ। ਉਹ ਕਹਿੰਦੇ ਜੀ ਦੱਸੋ। ਕਹਿੰਦੇ ਅਸੀਂ ਚਾਹੁੰਦੇ ਆ ਕਿ ਬੌਲੀ ਦੇ ਦੋਨੇ ਪਾਸੇ 2 ਥੜੇ ਤਿਆਰ ਕੀਤੇ ਜਾਣ, ਜਿਨ੍ਹਾਂ ਤੇ ਬੈਠ ਕੇ ਅਸੀਂ ਸੰਗਤ ਨੂੰ ਸੇਵਾ ਕਰਦਿਆਂ ਨੂੰ ਵੇਖੀਏ। ਉਹ ਕਹਿੰਦੇ ਜੀ ਕੋਈ ਗੱਲ ਨਹੀਂ, ਕਰ ਦਿੰਨੇ ਆ। ਉਹ ਦੋਨੋਂ, ਹੁਣ ਰਾਮਾ ਜੀ ਨੇ ਇੱਕ ਥੜਾ ਤਿਆਰ ਕੀਤਾ ਤੇ ਇੱਕ ਭਾਈ ਜੇਠਾ ਜੀ ਨੇ ਬੜੇ ਪਿਆਰ ਦੇ ਨਾਲ ਥੜਾ ਤਿਆਰ ਕੀਤਾ ਬੈਠਣ ਵਾਸਤੇ। ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਸ਼ਾਮ ਨੂੰ ਆਏ, ਦੇਖ ਕੇ ਕਹਿੰਦੇ ਜੀ ਥੜੇ ਠੀਕ ਨਹੀਂ ਬਣੇ। ਰਾਮਾ ਜੀ ਨੂੰ ਕਹਿੰਦੇ
ਚਲੋ ਉਹ ਕਹਿੰਦੇ ਜੀ ਨਹੀਂ ਠੀਕ ਬਣੇ ਤਾਂ ਆਪਾਂ ਢਾ ਦਿੰਨੇ ਆ। ਭਾਈ ਜੇਠਾ ਜੀ ਕੋਲ ਆਏ, ਉਹਨਾਂ ਨੂੰ ਵੀ ਕਹਿੰਦੇ ਜੇਠੇ ਥੜਾ ਠੀਕ ਨਹੀਂ ਬਣਿਆ। ਉਹ ਕਹਿੰਦੇ ਸੱਤ ਬਚਨ ਪਾਤਸ਼ਾਹ ਭੁੱਲਣਹਾਰ ਆ, ਕੱਲ ਨੂੰ ਹੋਰ ਬਣਾ ਦਿਆਂਗੇ। ਥੜੇ ਢਾ ਦਿੱਤੇ ਗਏ। ਦੂਸਰੇ ਦਿਨ ਫੇਰ ਬਣਾਏ ਗਏ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸ਼ਾਮ ਨੂੰ ਫੇਰ ਜਦੋਂ ਵੇਖਣ ਆਏ, ਫੇਰ ਕਹਿਤਾ ਕਿ ਥੜੇ ਠੀਕ ਨਹੀਂ ਬਣੇ। ਭਾਈ ਰਾਮਾ ਜੀ ਦੇ ਮਨ ਦੇ ਅੰਦਰ ਥੋੜੀ ਜੀ ਤਲਖੀ ਆਈ, ਬੋਲਿਆ ਤਾਂ ਕੁਝ ਨਾ, ਤੇ ਚਲੋ ਕਹਿੰਦਾ ਜੀ ਨਹੀਂ ਠੀਕ ਬਣੇ ਤਾਂ ਆਪਾਂ ਕੱਲ ਨੂੰ ਹੋਰ ਵਧੀਆ ਬਣਾ ਲਾਂਗੇ। ਜੇਠਾ ਜੀ ਕੋਲੇ ਗਏ, ਉਹਨਾਂ ਨੇ ਵੀ ਵਚਨ ਕਰਤਾ ਪਾਤਸ਼ਾਹ ਸੀ ਭੁੱਲਣਹਾਰ ਜੀਵਾਂ, ਤੁਸੀਂ ਸਮੱਤ ਬਖਸ਼ੋ, ਅਸੀਂ ਵਧੀਆ ਥੜਿਆ ਬਣਾ ਸਕੀਏ। ਤੀਸਰੇ ਦਿਨ ਫੇਰ ਬੜਾ ਜ਼ੋਰ ਲਾ ਕੇ ਭਾਈ ਰਾਮਾ ਜੀ ਨੇ ਥੜਾ ਤਿਆਰ ਕੀਤਾ ਤੇ ਭਾਈ ਜੇਠਾ ਜੀ ਨੇ ਵੀ ਤਿਆਰ ਕਰਿਆ। ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਸ਼ਾਮ ਨੂੰ ਆਏ, ਉਹ ਕਹਿੰਦੇ ਰਾਮੇ ਥੜਾ ਠੀਕ ਨਹੀਂ ਬਣਿਆ। ਰਾਮਾ ਜੀ ਤੋਂ ਇਹ ਬਚਨ ਹੋ ਗਿਆ, ਕਹਿੰਦਾ ਜੀ ਥੜਾ ਤਾਂ ਠੀਕ ਹੀ ਬਣਿਆ ਹੋਇਆ, ਪਰ ਤੁਹਾਡੀ ਜਿਹੜੀ ਉਮਰ ਆ ਉਹ ਹੁਣ ਬਜ਼ੁਰਗ ਹੋ ਗਈ, ਇਸ ਕਰਕੇ ਤੁਹਾਨੂੰ ਚੇਤਾ ਨਹੀਂ ਰਹਿੰਦਾ। ਜਿਵੇਂ ਆਮ ਆਪਾਂ ਅੱਜ ਕਹਿ ਦਿੰਨੇ ਆ ਕਿ ਜਦੋਂ ਕੋਈ ਬਜ਼ੁਰਗ ਸਾਨੂੰ ਅੱਛੀ ਸਲਾਹ ਦਿੰਦਾ, ਕੋਈ ਬਿਰਲੇ ਬਿਰਲੇ ਜੀਵ ਆ ਜਿਹੜੇ ਮੰਨਣ ਨੂੰ ਤਿਆਰ ਆ, ਨਹੀਂ ਤਾਂ ਆਮ ਇਹ ਨਿਕਲ ਜਾਂਦੀ ਮੁਖ ਤੋਂ ਗੱਲ ਕਿ ਜੀ ਹੁਣ ਤੁਸੀਂ ਬਜ਼ੁਰਗ ਹੋ ਗਏ, ਤੁਹਾਡੀ ਯਾਦਾਸ਼ਤ ਘਟ ਗਈ, ਤੁਹਾਨੂੰ ਇੰਨੀ ਸੋਝੀ ਨਹੀਂ, ਅਸੀਂ ਪੁਰਾਣੀ ਦੁਨੀਆ ਦੀਆਂ ਗੱਲਾਂ ਕਰਦੇ ਹਾਂ। ਪਰ ਜਿਹੜੇ ਉਹਨਾਂ ਬਜ਼ੁਰਗਾਂ ਦੀ ਗੱਲ ਮੰਨ ਲੈਂਦੇ ਆ, ਉਹਨਾਂ ਦੇ ਪ੍ਰੈਕਟੀਕਲ ਤੋਂ ਕੁਝ ਨਾ ਕੁਝ ਸਿੱਖ ਲੈਂਦੇ ਆ, ਉਹ ਜ਼ਿੰਦਗੀ 'ਚ ਕੋਈ ਨਾ ਕੋਈ ਵਧੀਆ ਸਿੱਖਿਆ ਲੈ ਲੈਂਦੇ ਆ। ਹੁਣ ਹੈ ਤਾਂ ਭਾਣਾ ਕੁਦਰਤ ਦਾ, ਜਿਹਦੇ ਹੱਥ ਆਉਣੀ ਆ ਵਸਤੂ ਉਸੇ ਨੂੰ ਮਿਲਣੀ ਆ। ਭਾਈ ਰਾਮਾ ਜੀ ਤੋਂ ਇਹ ਬਚਨ ਹੋ ਗਏ, ਪਾਤਸ਼ਾਹ ਥੜਾ ਤਾਂ ਠੀਕ ਬਣ ਰਿਹਾ, ਮੈਂ ਬੜਾ ਜ਼ੋਰ ਲਾ ਕੇ ਬਣਾਇਆ, ਪਰ ਤੁਹਾਡੀ ਉਮਰ ਹੁਣ ਵਡੇਰੀ ਹੋ ਗਈ, ਤੁਹਾਨੂੰ ਆਪਦੀ ਕੀਤੀ ਹੋਈ ਗੱਲ ਚੇਤੇ ਨਹੀਂ ਰਹਿੰਦੀ। ਪਾਤਸ਼ਾਹ ਕਹਿੰਦੇ ਜੀ ਠੀਕ ਹੈ, ਇਹ ਵੀ ਹੋ ਸਕਦਾ, ਤੁਹਾਡੀ ਵੀ ਗੱਲ ਸਿਆਣੀ ਹੈ, ਇਸ ਉਮਰ 'ਚ ਆ ਕੇ 70 ਕਾ ਮਤਹੀਣ ਗੁਰਬਾਣੀ ਕਹਿੰਦੀ ਹੈ। ਉੱਥੋਂ ਚੱਲ ਕੇ ਭਾਈ ਜੇਠਾ ਜੀ ਦੇ ਪਾਸ ਆਏ, ਜੇਠੇ ਬਣਾਤਾ ਥੜਾ, ਹਾਂ ਪਾਤਸ਼ਾਹ ਕੋਸ਼ਿਸ਼ ਕੀਤੀ, ਠੀਕ ਨਹੀਂ ਵੀ ਬਣਿਆ। ਉਹ ਕਹਿੰਦਾ ਸੱਚੇ ਪਾਤਸ਼ਾਹ ਭੁੱਲਣਹਾਰ ਜੀਵਾਂ, ਤੁਹਾਡੇ ਜਿੰਨੀ ਸਾਡੀ ਮੱਤ ਉੱਚੀ ਨਹੀਂ ਹੈ, ਜਿਹੋ ਜਿਹਾ ਤੁਸੀਂ ਚਾਹੁੰਦੇ ਹੋ ਸਾਤੋਂ ਨਹੀਂ ਬਣਿਆ ਹੋਣਾ, ਅਸੀਂ ਇਹਨੂੰ ਢਾ ਦਿਆਂਗੇ, ਤੁਸੀਂ ਕਿਰਪਾ ਕਰਿਓ, ਕੱਲ ਨੂੰ ਸਾਡੇ ਤੇ ਦਇਆ ਕਰਿਓ, ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਖੁਸ਼ੀ ਲੈਣ ਦੀ। ਬਸ ਇਸ ਪਰਖ ਦੇ ਅੰਦਰ ਪਾਸ ਹੋ ਗਏ, ਤੇ ਜਿੱਦਾਂ ਗੁਰਤਾ ਗੱਦੀ ਫਿਰ ਦੇਣੀ ਸੀ ਪਾਤਸ਼ਾਹ ਨੂੰ, ਇੱਥੇ ਬੜਾ ਤਕੜਾ ਇਤਿਹਾਸਕ ਤੱਥ ਆਪਣੇ ਸਾਹਮਣੇ ਆਉਂਦਾ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਨੂੰ ਕੋਲ ਬੁਲਾਇਆ, ਬੇਟੀ ਅਸੀਂ ਤੁਹਾਡੀ ਸੇਵਾ ਤੇ ਭਾਈ ਜੇਠਾ ਜੀ ਦੀ ਸੇਵਾ ਤੇ ਬਹੁਤ ਖੁਸ਼ ਹਾਂ। ਧੰਨਵਾਦ ਕੀਤਾ। ਇਹ ਵੀ ਆਪਾਂ ਜਾਣਦੇ ਹਾਂ ਕਿ ਉਹਨਾਂ ਨੇ ਮੰਗ ਵੀ ਕਰ ਲਈ ਸੀ ਕਿ ਅੱਜ ਤੋਂ ਬਾਅਦ ਜਿਹੜੀ ਗੱਦੀ ਆ ਉਹ ਸਾਡੀ ਵੰਸ਼ 'ਚ ਹੀ ਰਵੇ। ਸੋਢੀ ਵੰਸ਼ ਉਦੋਂ ਬਾਅਦ ਚੱਲੀ, ਗੁਰੂ ਰਾਮਦਾਸ ਸਾਹਿਬ ਮਹਾਰਾਜ ਤੋਂ ਪਹਿਲਾਂ ਬੇਦੀ, ਤਰੇਹਣ, ਭੱਲੇ, ਚੌਥੇ ਗੁਰੂ ਰਾਮਦਾਸ ਸੋਢੀ, ਉਦੋਂ ਬਾਅਦ ਫਿਰ ਇਹ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਅੱਗੇ ਤੋਂ ਅੱਗੇ 10ਵੇਂ ਪਾਤਸ਼ਾਹ ਤੱਕ, ਤੇ ਇਹ ਸਾਰਾ ਗੁਰਤਾ ਗੱਦੀ ਗੁਰੂ ਨਾਨਕ ਦੇ ਘਰ ਦੀ ਇੱਥੇ ਹੀ ਰਹੀ। ਬੀਬੀ ਭਾਨੀ ਨੇ ਮੰਗ ਲਈ ਸੀ ਮੰਗ ਗੁਰੂ ਅਮਰਦਾਸ ਸਾਹਿਬ ਮਹਾਰਾਜ ਤੋਂ, ਬੇਟੀ ਮੈਨੂੰ ਇੱਕ ਗੱਲ ਦੱਸ ਕਿ ਮੈਂ ਗੁਰਤਾ ਗੱਦੀ ਦੀ ਪਰਖਤਾ ਕਰ ਲਈ, ਪਾਸ ਹੋ ਗਏ ਭਾਈ ਜੇਠਾ ਜੀ, ਹੁਣ ਮੈਂ ਤੈਨੂੰ ਇੱਕ ਪਤੇ ਦੀ ਗੱਲ ਦੱਸਦਾ। ਉਹ ਕਹਿੰਦੀ ਪਿਤਾ ਜੀ ਦੱਸੋ। ਇਹਨਾਂ ਦੀ ਉਮਰ ਇੱਕ ਦਿਨ ਬਾਕੀ ਰਹਿ ਗਈ, ਤੇ ਹੁਣ ਗੁਰਤਾ ਗੱਦੀ ਇਹਨਾਂ ਨੂੰ ਬਖਸ਼ਿਸ਼ ਕਰਨੀ ਆ, ਇਹਨਾਂ ਨੇ ਸੇਵਾ ਵੀ ਕਰਨੀ ਆ, ਤੇ ਕਿਵੇਂ ਹੋਵੇ, ਕੀ ਕੀਤਾ ਜਾਵੇ। ਮਾਤਾ ਭਾਨੀ ਨੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਪਿਤਾ ਵੀ ਨੇ, ਗੁਰੂ ਵੀ ਨੇ, ਇੱਕ ਪਾਸੇ ਵਿਰਾਗ ਵੀ ਆ ਗਿਆ ਕਿ ਕਿਹੋ ਜਿਹਾ ਖੇਡ ਬਣ ਰਿਹਾ। ਗੁਰਤਾ ਗੱਦੀ ਦੀ ਪਰਖ 'ਚ ਵੀ ਜੇਠਾ ਜੀ ਪੂਰੇ ਹੋ ਗਏ, ਤੇ ਪਾਤਸ਼ਾਹ ਦੇ ਬਚਨ ਵੀ ਮਿੱਥੇ ਭਾਸ਼ਣ ਨਹੀਂ ਹੈ, ਅਟਲ ਸਚਾਈ ਹੈ।
ਬੇਨਤੀ ਇੱਕ ਮਿੱਥੇ ਹੋਏ ਭਾਸ਼ਣ ਹੁੰਦੇ ਆ ਜਿਹੜੇ ਆਮ ਦੁਨੀਆ ਦੇ ਲੋਕ ਆਪਾਂ ਕਰ ਦਿੰਦੇ ਆ। ਇੱਕ ਅਵਤਾਰੀ ਪੁਰਸ਼ ਨੇ, ਉਹ ਵੀ ਗੁਰੂ ਨਾਨਕ ਦੇ ਘਰ ਦੀ ਗੱਦੀ ਦੇ ਵਾਰਸ ਨੇ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਉਹਨਾਂ ਦੇ ਮੁਖੋਂ ਕੀਤਾ ਹੋਇਆ ਬਚਨ ਕਿਸ ਤਰ੍ਹਾਂ ਝੂਠਾ ਹੋ ਸਕਦਾ ਹੈ। ਹੁਣ ਆਪਾਂ ਇੱਥੇ ਥੋੜਾ ਜਿਹਾ ਆਪਦੇ ਮਨਾਂ ਦੇ ਅੰਦਰ ਕਿਤੇ ਸੋਚੋ ਕਿ ਕਿਸੇ ਬੀਬੀ ਤੇ ਐਸੀ ਘੜੀ ਆਵੇ, ਉਹਦੇ ਸਾਹਮਣੇ ਉਹਦੇ ਪਿਤਾ ਗੁਰੂ ਬੈਠੇ ਹੋਣ ਤੇ ਇੰਨੇ ਪ੍ਰੇਮ ਚ ਆ ਗਏ ਹੋਣ, ਉਹਨਾਂ ਦੀ ਮੰਗ ਪ੍ਰਵਾਨ ਕਰਦੇ ਹੋਣ ਵੀ ਠੀਕ ਆ ਜੀ, ਤੁਹਾਡੇ ਜੋ ਮੰਗਦੇ ਹੋ ਵੰਸ਼ ਗੱਦੀ ਤੁਹਾਡੇ ਘਰ ਚ ਰਹੂਗੀ। ਤੇ ਉਧਰੋਂ ਜਿਹੜੇ ਬਖਸ਼ਣਹਾਰ ਆ ਉਹ ਇਹ ਕਹਿ ਦੇਣ ਕਿ ਭਾਈ ਜੇਠਾ ਜੀ ਦੀ ਉਮਰ ਤਾਂ ਇੱਕ ਦਿਨ ਬਾਕੀ ਰਹਿ ਗਈ, ਤੇ ਕੀ ਬੀਤਦੀ ਹੋਊਗੀ। ਮਾਤਾ ਭਾਨੀ ਜੀ ਨੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਅੱਗੇ ਬੇਨਤੀ ਕੀਤੀ, ਪਾਤਸ਼ਾਹ ਇੱਥੇ ਹੁਣ ਸਾਡੀ ਕੋਈ ਮੱਤ ਕੰਮ ਨਹੀਂ ਕਰਦੀ, ਤੁਸੀਂ ਅਕਾਲ ਪੁਰਖ ਦਾ ਰੂਪ ਹੋ, ਉਹਦੇ ਚ ਰਮੇ ਹੋਏ ਹੋ, ਜੋ ਤੁਹਾਡੀ ਇੱਛਾ। ਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਫਿਰ ਸਹਿ ਸੁਭਾ ਬਚਨ ਕੀਤੇ, ਬੇਟੀ ਸਾਡੀ ਬਾਕੀ ਦੀ ਉਮਰ 6 ਸਾਲ 11 ਮਹੀਨੇ ਤੇ 18 ਦਿਨ ਰਹਿੰਦੇ ਆ। ਅਸੀਂ ਆਪਣੀ ਇਹ ਆਰਜ਼ੂ ਹੁਣ ਭਾਈ ਜੇਠਾ ਜੀ ਨੂੰ ਬਖਸ਼ਿਸ਼ ਕਰਾਂਗੇ, ਤੇ ਇੰਨਾ ਸਮਾਂ ਇਹ ਗੁਰੂ ਨਾਨਕ ਦੇ ਘਰ ਦਾ ਜਿਹੜਾ ਇਹ ਜ਼ਿੰਮੇਵਾਰੀ ਆ, ਗੁਰਤਾ ਗੱਦੀ ਤੇ ਬਹਿ ਕੇ ਸੰਗਤਾਂ ਦੀ ਸੇਵਾ ਕਰਨਗੇ। ਤੇ ਦੂਸਰੇ ਦਿਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪਣਾ ਪੰਜ ਭੌਤਿਕ ਸਰੀਰ ਛੱਡਣ ਤੋਂ ਪਹਿਲਾਂ ਗੁਰੂ ਰਾਮਦਾਸ ਜੀ, ਜੇਠੇ ਤੋਂ ਗੁਰੂ ਰਾਮਦਾਸ ਜੀ ਬਣਾਉਣ ਵੇਲੇ 5 ਪੈਸੇ ਨਾਰੀਅਲ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਤੇ ਸਾਰੀ ਸੰਗਤ ਨੂੰ ਤੇ ਆਪਣੇ ਪਰਿਵਾਰ ਨੂੰ ਇਹ ਕਿਹਾ ਕਿ ਇਹਨਾਂ ਦੇ ਚਰਨਾਂ ਤੇ ਮੱਥਾ ਟੇਕੋ। ਬੇਸ਼ੱਕ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ 2 ਪੁੱਤਰ ਸਨ, ਬਾਬਾ ਮੋਹਰੀ ਜੀ ਤੇ ਬਾਬਾ ਮੋਹਨ ਜੀ। ਬਾਬਾ ਮੋਹਰੀ ਜੀ ਨੇ ਤਾਂ ਨਮਸਕਾਰ ਕੀਤੀ, ਬਾਬਾ ਮੋਹਨ ਜੀ ਮਸਤਾਨੇ ਸੁਭਾਅ ਦੇ ਸੀ, ਉਹ ਚਲੇ ਗਏ। ਤੇ ਬਾਕੀ ਸਾਰੀ ਸੰਗਤ ਨੇ ਗੁਰੂ ਰਾਮਦਾਸ ਜੇਠਾ ਤੋਂ ਗੁਰੂ ਰਾਮਦਾਸ ਜੀ ਬਣਿਆ ਹੋਇਆਂ ਦੇ ਗੁਰੂ ਰੂਪ ਮੰਨ ਕੇ, ਉਸ ਪ੍ਰਮਾਤਮਾ ਦਾ ਰੂਪ ਮੰਨ ਕੇ, ਕਿਉਂਕਿ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਬਚਨ ਕਰਤੇ ਸੀ ਕਿ ਸਾਡੇ ਤੇ ਇਹਨਾਂ 'ਚ ਕੋਈ ਹੁਣ ਫਰਕ ਨਹੀਂ। ਤੇ ਉਹ ਫਿਰ ਮਹਾਰਾਜ ਨੂੰ ਸਾਰਿਆਂ ਨੇ ਉੱਥੇ ਨਮਸਕਾਰ ਕੀਤੀ, ਜੋ ਅੱਜ ਆਪਾਂ ਗੁਰਤਾ ਗੱਦੀ ਦਿਵਸ ਮਨਾ ਰਹੇ ਹਾਂ। ਤੇ ਇਸੇ ਸਾਰੇ ਬਰਤਾਂਤ ਨੂੰ ਫਿਰ ਜਿਹੜੇ ਸੱਤਾ ਤੇ ਬਲਵੰਡਾ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਇੱਕ ਥੋੜੀ ਜੀ ਗਲਤੀ ਕਰ ਲਈ ਸੀ ਆਪਦੀ ਰਾਗ ਵਿਦਿਆ ਦੇ ਮਾਣ ਦੇ ਅੰਦਰ, ਕਿਉਂਕਿ ਭੁੱਲ ਜਾਂਦਾ ਇਨਸਾਨ ਕਈ ਵਾਰ ਪ੍ਰਮਾਤਮਾ ਦੀ ਉਸਤਤ, ਪ੍ਰਮਾਤਮਾ ਦੀ ਵਡਿਆਈ ਕਿਸੇ ਵੀ ਰੂਪ ਚ ਆਪਾਂ ਕਰੀਏ, ਗੁਰਬਾਣੀ ਪੜ੍ਹ ਕੇ ਕਰੀਏ, ਕਥਾ ਕਰਕੇ ਕਰੀਏ, ਸਿਮਰਨ ਕਰਕੇ ਕਰੀਏ, ਕੀਰਤਨ ਦੁਆਰਾ ਕਰੀਏ, ਇਹ ਮਾਲਕ ਆਪ ਸਾਥੋਂ ਕਰਵਾਉਂਦਾ। ਕਿਸੇ ਇਨਸਾਨ ਚ ਇਹ ਪਾਵਰ ਨਹੀਂ ਹੈ ਕਿ ਉਹ ਕਰ ਲਵੇ। ਪਰ ਜਦੋਂ ਕਦੇ ਇਨਸਾਨ ਆਪਦੇ ਗੁਣ ਅੱਛੇ ਦਾ ਹੰਕਾਰ ਮਨ ਦੇ ਅੰਦਰ ਲੈ ਕੇ ਆਉਂਦਾ, ਤੇ ਗੁਰੂ ਨਾਨਕ ਦੇ ਘਰ ਦੇ ਅੰਦਰ ਹੰਕਾਰ ਕਿਸੇ ਨੂੰ ਚੰਗਾ ਲੱਗਦਾ ਨਹੀਂ। ਇਹ ਸੱਤਾ ਤੇ ਬਲਵੰਡਾ ਜੋ ਰਾਗੀ ਸਨ ਇੱਕ ਸਮੇਂ, ਤੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸਮੇਂ ਇੱਕ ਵਾਰ ਇਹਨਾਂ ਦੇ ਮਨ ਦੇ ਅੰਦਰ ਥੋੜਾ ਜਿਹਾ ਲੋਭ ਪੈਦਾ ਹੋ ਗਿਆ, ਲੋਭ ਕਹਿ ਲੋ, ਮਜਬੂਰੀ ਕਹਿ ਲੋ। ਤੇ ਇਹਨਾਂ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ, ਪਾਤਸ਼ਾਹ ਅਸੀਂ ਗਰੀਬ ਆ। ਮਹਾਰਾਜ ਜੀ ਕਹਿੰਦੇ ਗੁਰੂ ਦੀ ਉਸਤਤ ਕਰਨ ਵਾਲਾ, ਪਰਮਾਤਮਾ ਦੀ ਉਸਤਤ ਕਰਨ ਵਾਲਾ ਗਰੀਬ ਨਹੀਂ ਰਹਿ ਸਕਦਾ, ਕਿਉਂਕਿ ਗੁਰਬਾਣੀ 'ਚ ਆਪਾਂ ਨੂੰ ਸੂਝੀ ਦਿੱਤੀ ਆ ਪਾਤਸ਼ਾਹ ਨੇ, ਜਿਤ ਮੁਖ ਤੂੰ ਸਲਾਹੀ ਹੈ ਤਿਤ ਮੁਖ ਕੈਸੀ ਭੂਖ। ਪਾਤਸ਼ਾਹ ਕਹਿੰਦੇ ਭਾਈ ਗੁਰੂ ਨਾਨਕ ਦਾ ਘਰ ਤਾਂ ਇਹ ਸਾਨੂੰ ਗਿਆਨ ਦਿੰਦਾ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ।
ਪਰ ਫਿਰ ਵੀ ਦੁਨਿਆਵੀ ਇਨਸਾਨ ਆਪਾਂ ਪੜਦਾ ਪੈ ਜਾਂਦਾ। ਉਹਨਾਂ ਨੇ ਬੇਨਤੀ ਕੀਤੀ, ਪਾਤਸ਼ਾਹ ਲੜਕੀ ਦਾ ਵਿਆਹ, ਸਾਨੂੰ ਕੁਝ ਮਾਇਆ ਦੀ ਲੋੜ ਆ। ਮਹਾਰਾਜ ਜੀ ਕਹਿੰਦੇ ਕੋਈ ਗੱਲ ਨਹੀਂ, ਜਿੰਨੀ ਲੋੜ ਆ ਭਾਈ ਦੇ ਦਿਆਂਗੇ। ਉਹ ਕਹਿੰਦੇ ਜੀ ਐਂ ਦੇ ਦਿਆਂਗੇ ਨੇ, ਅਸੀਂ ਸਾਡੇ ਨਾਲ ਇਹ ਵਾਅਦਾ ਕਰੋ, ਜਿੰਨੀ ਕੱਲ ਨੂੰ ਅੰਮ੍ਰਿਤ ਵੇਲੇ ਕੀਰਤਨ ਕਰਦਿਆਂ ਤੋਂ ਭੇਟਾ ਹੋਊਗੀ ਉਹ ਸਾਰੀ ਸਾਨੂੰ ਦੇ ਦਿਓ। ਮਹਾਰਾਜ ਜੀ ਕਹਿੰਦੇ ਤੁਸੀਂ ਖੁਸ਼ ਚਾਹੀਦੇ ਹੋ, ਭੇਟਾ ਲੈ ਜਿਓ। ਉਹਨਾਂ ਨੇ ਦੂਸਰੇ ਦਿਨ ਵਿਚਾਰਿਆਂ ਨੇ ਬੜਾ ਜ਼ੋਰ ਲਾਇਆ ਕੀਰਤਨ ਕਰਨ ਤੇ, ਬੜੇ ਰਾਗ ਗਾਏ। ਹੁਣ ਮਾਲਕ ਦੀ ਖੇਡ ਐਸੀ ਆ, ਉਸ ਦਿਨ ਸਾਰਿਆਂ ਤੋਂ ਘੱਟ ਭੇਟਾ ਹੋਈ। ਉਹਨਾਂ ਦੇ ਕੀਰਤਨ ਕਰਦਿਆਂ ਕਰਦਿਆਂ ਦੇ ਹਉਮੈ ਦੇ ਕਾਰਨ ਗੁਰੂ ਪਾਤਸ਼ਾਹ ਪ੍ਰਤੀ ਸ਼ੰਕਾ ਪੈਦਾ ਹੋ ਗਿਆ। ਤੇ ਸ਼ੰਕਾ ਇਹੋ ਜੀ ਚੀਜ਼ ਹੈ, ਜਦੋਂ ਵੀ ਕਿਸੇ ਦੇ ਮਨ ਦੇ ਅੰਦਰ ਪੈਦਾ ਹੋ ਜੇ, ਉਹ ਸਾਡੇ ਜੀਵਨ 'ਚ ਬਹੁਤ ਵੱਡੀ ਰੁਕਾਵਟ ਬਣ ਜਾਂਦਾ। ਇਹ ਤਾਂ ਧਰਮ ਦਾ ਹੈ, ਗੁਰੂ ਦਾ ਹੈ ਰਸਤਾ। ਇਹ ਤਾਂ ਕਈ ਵਾਰ ਸਾਡੇ ਮਨਾਂ ਦੇ ਅੰਦਰ, ਪਰਿਵਾਰਕ ਰਿਸ਼ਤਿਆਂ ਦੇ ਅੰਦਰ ਸ਼ੰਕੇ ਪੈਦਾ ਹੋਣੇ ਸ਼ੁਰੂ ਹੋ ਜਾਣ, ਤਾਂ ਵੀ ਸਾਡੇ ਜੀਵਨ ਦੀ ਜਿਹੜੀ ਤਰੱਕੀ ਆ ਉਹ ਖੜਨੀ ਸ਼ੁਰੂ ਹੋ ਜਾਂਦੀ ਹੈ ਤੇ ਰੋਕ ਲੱਗਣੀ ਸ਼ੁਰੂ ਹੋ ਜਾਂਦੀ ਹੈ। ਪਾਤਸ਼ਾਹ ਕਹਿੰਦੇ ਉਹਨਾਂ ਦੇ ਮਨ ਦੇ ਅੰਦਰ ਵਿਚਾਰ ਬਣ ਗਿਆ ਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸਾਡੇ ਨਾਲ ਧੋਖਾ ਕੀਤਾ। ਸੰਗਤ ਨੂੰ ਸਿਖਾਤਾ ਹੋਊਗਾ ਕਿ ਅੱਜ ਆ ਜਿਹੜੀ ਭੇਟਾ ਸੀ ਰਾਗੀਆਂ ਨੂੰ ਦੇਣੀ ਆ, ਸੰਗਤ ਨੇ ਤਾਂ ਘੱਟ ਪੈਸੇ ਸਾਨੂੰ ਸਤਿਕਾਰ ਕੀਤਾ। ਤੇ ਪਾਤਸ਼ਾਹ ਜਦੋਂ ਉੱਠ ਕੇ ਜਾਣ ਲੱਗੇ, ਮਹਾਰਾਜ ਸਿੱਖਾਂ ਨੂੰ ਕਹਿੰਦੇ ਭਾਈ ਜਿੰਨੀ ਮਾਇਆ ਹੋਈ ਆ ਇਹਨਾਂ ਨੂੰ ਦੇ ਦਿਓ। ਉਹ ਮਾਇਆ ਵੀ ਨਾ ਲੈ ਕੇ ਗਏ ਤੇ ਕ੍ਰੋਧ ਦੇ ਵੱਸ ਹੋਏ, ਪਹਿਲਾਂ ਲਾਲਚ ਦੇ ਵੱਸ ਹੋ ਗਏ, ਫਿਰ ਕ੍ਰੋਧ ਦੇ ਵੱਸ ਹੋ ਗਏ ਤੇ ਚਲੇ ਗਏ ਆਪਦੇ ਘਰ ਨੂੰ। ਮਹਾਰਾਜ ਨੇ ਦੂਸਰੇ ਦਿਨ ਸੁਨੇਹਾ ਭੇਜਿਆ, ਬਾਬਾ ਬੁੱਢਾ ਜੀ ਵਰਗੇ ਸਿੱਖਾਂ ਨੂੰ ਭੇਜਿਆ ਕਿ ਆਓ ਭਾਈ ਉਹਨਾਂ ਨੂੰ ਕਹੋ ਕੀਰਤਨ ਕਰਨ, ਜਿੰਨੀ ਮਰਜ਼ੀ ਮਾਇਆ ਦੀ ਲੋੜ ਆ ਲੈ ਜਾਣ। ਨਾ ਆਏ। ਗੁਰੂ ਪਾਤਸ਼ਾਹ ਆਪ ਗਏ, ਬੇਨਤੀ ਕੀਤੀ ਕਿ ਤੁਹਾਨੂੰ ਸਤਿਕਾਰ ਦਿੱਤਾ, ਤੁਸੀਂ ਆ ਕੇ ਕੀਰਤਨ ਕਰੋ। ਦੁਨੀਆ ਦੇ ਪੈਸੇ ਦੀ ਕਿਹੜੀ ਗੱਲ ਆ, ਜਿੰਨੀ ਤੁਹਾਨੂੰ ਲੋੜ ਆ ਉਹ ਤੁਹਾਨੂੰ ਦੇ ਦਿਆਂਗੇ। ਪਰ ਉਹਨਾਂ ਨੇ ਗੁਰੂ ਪਾਤਸ਼ਾਹ ਦੇ ਇਹਨਾਂ ਬਚਨਾਂ ਦੀ ਪ੍ਰਵਾਹ ਨਾ ਕੀਤੀ, ਸਗੋਂ ਇੰਨੀ ਨਿੰਦਿਆ ਕਰ ਬਿਠੇ। ਕਹਿੰਦੇ ਜੀ ਤੁਹਾਨੂੰ ਸਾਡੀ ਕਦਰ ਨਹੀਂ ਹੈ। ਜੇ ਸਾਡੇ ਵੱਡ ਵਡੇਰੇ ਮਰਦਾਨੇ ਹੋ ਰਹੀ, ਬਾਲੇ ਹੋ ਰਹੀ ਗੁਰੂ ਨਾਨਕ ਸਾਹਿਬ ਦੇ ਨਾਲ ਕੀਰਤਨ ਨਾ ਕਰਦੇ ਤਾਂ ਗੁਰੂ ਨਾਨਕ ਸਾਹਿਬ ਨੂੰ ਦੁਨੀਆ ਤੇ ਕੌਣ ਜਾਣਦਾ ਸੀ। ਜਦੋਂ ਗੁਰੂ ਦੀ ਮਹਾਰਾਜ ਦੇ ਸਾਹਮਣੇ ਉਹਨਾਂ ਨੇ ਇਹ ਬਚਨ ਬੋਲੇ, ਜ਼ਹਿਰ ਵਰਗੇ ਬਚਨ ਬੋਲੇ, ਤਾਂ ਫਿਰ ਗੁਰਬਾਣੀ ਸਮਝਾਉਂਦੀ ਹੈ ਗੁਰ ਕੀ ਨਿੰਦਾ ਸੁਣੇ ਨਾ ਕਾਨ। ਤੇ ਉਹ ਮਹਾਰਾਜ ਕਹਿੰਦੇ ਜਾ ਓਏ ਕੋੜੀ ਹੋ ਜਾਓ, ਗੁਰੂ ਦੀ ਨਿੰਦਿਆ ਕਰਦੇ ਹੋ ਤੁਹਾਨੂੰ ਕੋੜ ਹੋਵੇਗਾ। ਇੱਕ ਗੱਲ ਹੋਰ ਪਾਤਸ਼ਾਹ ਨੇ ਕਹਿਤੀ, ਜਿਹੜਾ ਤੁਹਾਨੂੰ ਕੋਈ ਬਖਸ਼ਾਉਣ ਆਵੇਗਾ, ਮੈਂ ਉਹਦਾ ਕਾਲਾ ਮੂੰਹ ਕਰਕੇ, ਮੁਸਕਾਂ ਬੰਨ ਕੇ, ਗਲ 'ਚ ਛਿੱਤਰਾਂ ਦਾ ਹਾਰ ਪਾ ਕੇ, ਗੱਧੇ ਤੇ ਚੜਾ ਕੇ ਸਾਰੇ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਉਹਦਾ ਜਲੂਸ ਕੱਢ ਦੂੰਗਾ। ਬਚਨ ਪਾਤਸ਼ਾਹ ਦੇ ਪੂਰੇ ਹੋ ਗਏ, ਕੋੜ ਹੋ ਗਿਆ। ਜਿਹੜੇ ਪਰਿਵਾਰ ਦੀ ਖਾਤਰ ਲੋਭ ਕੀਤਾ ਸੀ, ਪਰਿਵਾਰ ਵੀ ਪਾਸਾ ਵੱਟਣਾ ਸ਼ੁਰੂ ਹੋ ਗਿਆ। ਜਿਹੜੇ ਸਿੱਖ ਨੂੰ ਬੇਨਤੀ ਕਰਨ ਸਾਨੂੰ ਬਖਸ਼ਾਓ, ਉਹ ਕਹਿੰਦੇ ਜੀ ਏਡੀ ਵੱਡੀ ਸ਼ਰਤ ਆ, ਕੌਣ ਮੂੰਹ ਕਾਲਾ ਕਰਾਵੇ, ਕੌਣ ਗਧੇ ਤੇ ਚੜੇ, ਕੌਣ ਛਿੱਤਰਾਂ ਦਾ ਹਾਰ ਪਾਵੇ। ਫਿਰ ਲੱਦਾ ਪਰਉਪਕਾਰੀ ਲਾਹੌਰ 'ਚ ਰਹਿੰਦਾ ਸੀ। ਦੇਖੋ ਸਿੱਖਾਂ ਦੇ ਪਰਉਪਕਾਰ। ਉਹਦੇ ਕੋਲੇ ਗਏ, ਉਹਨਾਂ ਨੇ ਜਦੋਂ ਹਾਲਤ ਵੇਖੀ, ਉਹ ਕਹਿੰਦਾ ਉਹ ਰਾਗੀਓ ਤੁਹਾਡੀ ਕੀ ਹਾਲਤ ਹੋ ਗਈ, ਤੁਸੀਂ ਤਾਂ ਗੁਰੂ ਦਾ ਜਸ ਕਰਨ ਵਾਲੇ ਸੀ, ਆ ਕੋੜ ਖਰੀਦੀ ਫਿਰਦੇ ਹੋ। ਸਾਰੀ ਕਹਾਣੀ ਦੱਸੀ। ਲੱਦੇ ਆਹ ਗੱਲ ਹੋ ਗਈ। ਉਹ ਕਹਿੰਦਾ ਬੜੇ ਸਿੱਖ ਬੈਠੇ ਆ ਅੰਮ੍ਰਿਤਸਰ ਦੀ ਧਰਤੀ ਤੇ, ਕਿਸੇ ਨੇ ਬਖਸ਼ਾਇਆ ਨਾ। ਸਾਰੀ ਕਹਾਣੀ ਦੱਸਦੀ ਕਿ ਪਾਤਸ਼ਾਹ ਦੇ ਬਚਨ ਨੇ, ਜਿਹੜਾ ਬਖਸ਼ਾਉਣ ਆਊਗਾ ਮੁੱਖ ਕਾਲਾ ਕਰਕੇ, ਗਧੇ ਤੇ ਚੜਾ ਕੇ, ਛਿੱਤਰਾਂ ਦਾ ਹਾਰ ਪਾ ਕੇ, ਮੁਸ਼ਕਾਂ ਬੰਨ ਕੇ ਸਾਰੇ ਸ਼ਹਿਰ 'ਚ ਜਲੂਸ ਕੱਢ ਦਿਆਂਗੇ। ਲੱਦੇ ਦੇ ਮਨ 'ਚ ਦਇਆ ਆਈ। ਉਹ ਕਹਿੰਦਾ ਪਾਤਸ਼ਾਹ ਦੇ ਇੰਨੇ ਕੀ ਬਚਨ? ਕਹਿੰਦੇ ਜੀ ਬਸ ਹਾਂ। ਕਹਿੰਦੇ ਫਿਰ ਉਹਨੇ ਉੱਥੋਂ ਹੀ ਕਿ ਦੁਨੀਆ ਦੇ ਅੰਦਰ ਜਿਵੇਂ ਇਹਨਾਂ ਨੂੰ ਉਸ ਤਰ੍ਹਾਂ ਬਖਸ਼ਾਉਣ ਚਲਿਆ ਗਿਆ, ਤੇ ਪਾਤਸ਼ਾਹ ਨੇ ਮੇਰਾ ਮੂੰਹ ਨਹੀਂ ਕਾਲਾ ਕਰਨਾ। ਦੁਨੀਆ ਦੇ ਲੋਕ ਇਹ ਕਹਿਣਗੇ ਕਿ ਗੁਰੂ ਨਾਨਕ ਦਾ ਘਰ ਜਿਹੜਾ ਬਚਨ ਕਰਦਾ ਉਹਦੀ ਪੂਰਤੀ ਕਰਦਾ ਨਹੀਂ,
ਉਹਨੇ ਆਪਣਾ ਮੁਖ ਕਾਲਾ ਕਰਕੇ, ਗਲ 'ਚ ਛਿੱਤਰਾਂ ਦਾ ਹਾਰ ਪਾ ਕੇ, ਮੁਸ਼ਕਾਂ ਬੰਨ੍ਹ ਲਈਆਂ, ਗਧੇ ਤੇ ਚੜ੍ਹ ਕੇ ਇੱਕ ਢੋਲ ਵਾਲਾ ਲਿਆ ਤੇ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਆ ਰਹੇ ਆ। ਢੋਲ ਵੱਜਦਾ ਆ ਰਿਹਾ, ਲੋਕ ਵੇਖ ਰਹੇ ਆ ਕਿ ਆਹ ਕੀ ਹੋ ਰਿਹਾ। ਜਦੋਂ ਦਰਬਾਰ ਸਾਹਿਬ ਦੇ ਨੇੜੇ ਆਏ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਭਾਈ ਆ ਢੋਲ ਜਿਹਾ ਕਿੱਥੇ ਵੱਜਦਾ, ਬੜਾ ਸ਼ੋਰ ਪੈ ਰਿਹਾ। ਇੱਕ ਸਿੱਖ ਨੇ, ਮੇਵੜੇ ਨੇ ਜਾ ਕੇ ਦੇਖ ਕੇ ਆ ਕੇ ਪਾਤਸ਼ਾਹ ਨੂੰ ਦੱਸਤਾ, ਪਾਤਸ਼ਾਹ ਤੁਹਾਡਾ ਪਰਉਪਕਾਰੀ ਸਿੱਖ ਲਾਹੌਰ ਵਾਲਾ ਲੱਧਾ ਰਾਗੀਆਂ ਨੂੰ ਬਖਸ਼ਾਉਣ ਵਾਸਤੇ ਉਹਨੇ ਐਸਾ ਸਾਂਗ ਬਣਾਇਆ, ਖੋਤੇ ਦੇ ਉੱਪਰ ਚੜਿਆ ਹੋਇਆ, ਮੂਹਰੇ ਢੋਲ ਵੱਜ ਰਿਹਾ, ਗਲ 'ਚ ਛਿੱਤਰਾਂ ਦਾ ਹਾਰ ਪਾਇਆ ਹੋਇਆ ਤੇ ਮੁਸ਼ਕਾਂ ਬੰਨੀਆਂ ਹੋਈਆਂ, ਉਹਨਾਂ ਨੂੰ ਬਖਸ਼ਾਉਣ ਵਾਸਤੇ ਆ ਰਿਹਾ। ਜਦੋਂ ਪਾਤਸ਼ਾਹ ਨੇ ਇੰਨਾ ਦੇ ਸੁਣਿਆ ਤਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੰਗੇ ਪੈਰੀ ਚੱਲੇ। ਇੰਨੇ ਨੂੰ ਉਹ ਵੀ ਦਰਬਾਰ ਸਾਹਿਬ ਦੇ ਅੰਦਰ ਪ੍ਰਵੇਸ਼ ਕਰਕੇ ਭੱਜ ਕੇ ਜਾ ਕੇ ਭਾਈ ਲੱਧਾ ਜੀ ਨੂੰ ਛਾਤੀ ਨਾਲ ਜਦੋਂ ਲਾਉਣ ਲੱਗੇ, ਲੱਧਾ ਜੀ ਕਹਿੰਦੇ, ਪਾਤਸ਼ਾਹ ਦੂਰ ਰਹੋ ਮੈਥੋਂ, ਕਾਰਨ ਕਿ ਮੇਰੇ ਕਾਲਖ ਲੱਗੀ ਆ ਮੁਖ ਨੂੰ, ਤੁਹਾਡੇ ਸਰੀਰ ਨੂੰ, ਤੁਹਾਡੇ ਕੱਪੜਿਆਂ ਨੂੰ ਨਾ ਲੱਗ ਜੇ। ਪਾਤਸ਼ਾਹ ਕਹਿੰਦੇ, ਲੱਧੇ ਐਡਾ ਵੱਡਾ ਪਰਉਪਕਾਰੀ, ਤੇਰੇ ਤੇ ਕਾਲਖ ਨਹੀਂ ਲੱਗੀ, ਇਹ ਤਾਂ ਤੂੰ ਸਾਡਾ ਮਨ ਮੋਹ ਲਿਆ। ਪਾਤਸ਼ਾਹ ਨੇ ਬੁੱਕਲ 'ਚ ਲੈ ਕੇ ਪਿਆਰ ਦਿੱਤਾ, ਮੁਸ਼ਕਾਂ ਖੋਲੀਆਂ ਗਈਆਂ, ਦੱਸੋ ਕਿਉਂ? ਉਹਨੇ ਦੱਸਦੀ ਹਕੀਕਤ, ਮਹਾਰਾਜ ਤੁਸੀਂ ਜਾਣੀ ਜਾਣੋ, ਇਹਨਾਂ ਨੂੰ ਬਖਸ਼ ਦਿਓ। ਪਾਤਸ਼ਾਹ ਕਹਿੰਦੇ, ਬਖਸ਼ੇ ਗਏ, ਬਸ ਹੁਣ ਇਹਨਾਂ ਨੂੰ ਕਹੋ ਕਿ ਜਿਹੜੇ ਮੁਖ ਦੇ ਨਾਲ ਇਹਨਾਂ ਨੇ ਗੁਰੂ ਨਾਨਕ ਦੇ ਘਰ ਦੀ ਨਿੰਦਿਆ ਕੀਤੀ, ਉਸੇ ਮੁਖ ਦੇ ਨਾਲ ਉਸਤਤ ਕਰਨ। ਫਿਰ ਸੱਤੇ ਤੇ ਬਲਵੰਡੇ ਨੇ ਰਾਮਕਲੀ ਰਾਗ ਦੇ ਅੰਦਰ ਪਾਤਸ਼ਾਹ ਦੀ ਵਡਿਆਈ ਕੀਤੀ। ਜਿਵੇਂ ਗੁਰੂ ਪਾਤਸ਼ਾਹ ਨੇ, ਅਮਰਦਾਸ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਬਚਨ ਕਰਤਾ ਸੀ, ਲਾਹੌਰ ਵਾਲਿਆਂ ਨੂੰ, ਭਾਈ ਜੇਠੇ ਦੇ ਤਾਏ ਚਾਚਿਆਂ ਨੂੰ, ਜਦੋਂ ਬਹੁਤ ਬੋਲੇ ਕਿ ਜਵਾਈ ਬਣਾ ਕੇ ਤੂੰ ਸਿਰ ਤੇ ਟੋਕਰੀ ਢਵਾ ਰਹੇ ਹੋ, ਮਹਾਰਾਜ ਜੀ ਕਹਿੰਦੇ, ਤੁਸੀਂ ਟੋਕਰੀ ਨਾ ਵੇਖੋ, ਇਹਦੇ ਸਿਰ ਤੇ ਤਾਂ ਛਤਰ ਝੁੱਲ ਰਿਹਾ। ਤੇ ਫਿਰ ਉਹਨਾਂ ਨੇ, ਸੱਤੇ ਔਰ ਬਲਵੰਡ ਨੇ, ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਵਡਿਆਈ ਕੀਤੀ। ਕੀ ਵਚਨ ਉਹਨਾਂ ਦੇ ਆਪਾਂ ਪੜ੍ਹਦੇ ਹਾਂ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਕਿ ਗੁਰੂ ਰਾਮਦਾਸ ਜੀ ਤੁਸੀਂ ਧੰਨ ਹੋ, ਧੰਨ ਹੋ, ਜਿਹੜੇ ਮਾਲਕ ਨੇ ਤੁਹਾਨੂੰ ਸਿਰਜਿਆ, ਪੈਦਾ ਕੀਤੇ, ਉਹਨੇ ਤੁਹਾਨੂੰ ਸੋਹਣਾ ਵੀ ਬਣਾਇਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਐਡੀ ਵੱਡੀ ਕਰਾਮਾਤ ਹੋ ਗਈ ਕਿ ਤੁਸੀਂ ਆਪਣੇ ਆਪ ਸਿਰਜਣਹਾਰ, ਮਾਲਕ ਨੇ ਖੁਦ ਤੁਹਾਨੂੰ ਆਪਣੇ ਵਿੱਚ ਟਿਕਾ ਲਿਆ। ਤੁਹਾਡੇ ਅੰਦਰ ਖੁਦ ਸਿਰਜਣਹਾਰ ਪ੍ਰਮਾਤਮਾ ਨੇ ਵਾਸਾ ਕਰ ਲਿਆ। ਕਿਉਂਕਿ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਬਚਨ ਸੀ ਨਾ ਕਿ ਅੱਜ ਤੋਂ ਬਾਅਦ ਸਾਡੇ ਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕੋਈ ਫਰਕ ਨਹੀਂ। ਉਹਨਾਂ ਨੇ ਏਡੇ ਪਿਆਰ 'ਚ ਭਿੱਜ ਕੇ ਉਸਤਤ ਕੀਤੀ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਰੇ ਸਿੱਖਾਂ ਨੇ ਅਤੇ ਸੰਗਤਾਂ ਨੇ ਤੁਹਾਨੂੰ ਪਾਰ ਬ੍ਰਹਮ ਦਾ ਰੂਪ ਜਾਣ ਕੇ ਨਮਸਕਾਰ ਕੀਤੀ, ਵੰਦਨਾ ਕੀਤੀ। ਅਟਲ ਅਥਾ ਅਤੋਲ ਤੂੰ, ਤੇਰਾ ਅੰਤ ਨਾ ਪਾਰਾ ਵਾਰਿਆ। ਇਹ ਪਾਤਸ਼ਾਹ ਤੂੰ ਸਦਾ ਅਟਲ ਹੈ, ਅਥਾਹ ਹੈ, ਗੰਭੀਰ ਆ, ਤੇਰਾ ਕੋਈ ਤੋਲ ਨਹੀਂ ਮਿਣਤਿਆ ਜਾ ਸਕਦਾ, ਨਾ ਕੋਈ ਤੇਰਾ ਅੰਤ ਪਾਇਆ ਜਾ ਸਕਦਾ। ਤੇ ਅੱਗੇ ਫਿਰ ਕੀ ਕਿਹਾ, ਕਹਿੰਦੇ, ਜਿਨੀ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ। ਇਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਜਿਨ੍ਹਾਂ ਜਿਨ੍ਹਾਂ ਬੰਦਿਆਂ ਨੇ ਤੇਰਾ ਪਿਆਰ ਦੇ ਨਾਲ ਹੁਕਮ ਮੰਨਿਆ, ਤੇ ਤੂੰ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਤੁਹਾਡੀ ਸੇਵਾ ਕੀਤੀ, ਤੁਹਾਡੇ ਬਚਨਾਂ ਨੂੰ ਮੰਨਿਆ, ਉਹਨਾਂ ਨੂੰ ਤੁਸੀਂ ਇਹ ਪਾਰ ਬ੍ਰਹਮ ਸੰਸਾਰ, ਉਹਨਾਂ ਨੂੰ ਤੁਸੀਂ ਪਾਰ ਬ੍ਰਹਮ ਦਾ ਰੂਪ ਹੋ ਕੇ ਇਹ ਭਵ ਸਾਗਰ ਸੰਸਾਰ ਚੋਂ ਪਾਰ ਕੀਤਾ। ਜਿਨੀ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ। ਇਸ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੂੰ
ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਉਹਨਾਂ ਨੇ ਗੁਰਤਾ ਗੱਦੀ ਵੀ ਬਖਸ਼ੀ ਤੇ ਆਪਣੀ ਉਮਰ ਵੀ 6 ਸਾਲ 11 ਮਹੀਨੇ ਤੇ 18 ਦਿਨ ਦੀ ਬਖਸ਼ਿਸ਼ ਕਰਕੇ ਆਪ ਪਾਤਸ਼ਾਹ ਦੂਸਰੇ ਦਿਨ ਇਸ ਸੰਸਾਰ ਦੇ ਵਿੱਚੋਂ ਸਰੀਰਕ ਤੌਰ ਤੇ ਬ੍ਰਹਮਲੀਨ ਹੋਏ। ਤੇ ਫਿਰ ਪੂਰੀ 19 ਦਿਨ, ਕਿਉਂਕਿ ਇੱਕ ਦਿਨ ਗੁਰੂ ਰਾਮਦਾਸ ਭਾਈ ਜੇਠਾ ਜੀ ਦਾ ਬਚਦਾ ਸੀ ਤੇ 6 ਸਾਲ 11 ਮਹੀਨੇ 18 ਦਿਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਆਪਣੀ ਉਹਨਾਂ ਨੂੰ ਉਮਰ ਬਖਸ਼ੀ ਤੇ ਪੂਰੇ 6 ਸਾਲ 11 ਮਹੀਨੇ ਤੇ 19 ਦਿਨ ਗੁਰਤਾ ਗੱਦੀ ਤੇ ਰਹਿ ਕੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਇਸ ਸੰਸਾਰ ਦੇ ਵਿੱਚੋਂ ਬ੍ਰਹਮਲੀਨ ਹੋਏ। ਗੁਰੂ ਪਿਆਰ ਵਾਲੀ ਸਾਧ ਸੰਗਤ, ਗੁਰੂ ਨਾਨਕ ਦੇ ਘਰ ਦਾ ਐਸਾ ਖੇਲ ਹੈ ਜਿਹਦਾ ਦੁਨੀਆ ਦੇ ਅੰਦਰ ਕੋਈ ਪਮੈਸ਼ ਨਹੀਂ ਕੀਤੀ ਜਾ ਸਕਦੀ, ਕੋਈ ਤੋਲ ਨਹੀਂ ਤੋਲਿਆ ਜਾ ਸਕਦਾ। ਪਰ ਲੋੜ ਇਸ ਗੱਲ ਦੀ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦੇ ਜੋ ਘਰ ਦਾ ਗਿਆਨ, ਜੋ ਸਾਨੂੰ ਵਾਰ-ਵਾਰ ਪਾਤਸ਼ਾਹ ਸਮਝਾ ਰਹੇ ਆ, ਜਿਨ੍ਹਾਂ ਨੂੰ ਅਸੀਂ ਬੜੇ ਪਿਆਰ ਦੇ ਨਾਲ ਪੜ੍ਹਨਾ ਹੁੰਦਾ, ਸੁਣਨਾ ਹੁੰਦਾ, ਵਿਚਾਰਨਾ ਹੁੰਦਾ, ਤੇ ਜੋ ਪਾਤਸ਼ਾਹ ਫਿਰ ਸਾਨੂੰ ਹੁਕਮ ਕਰਦੇ ਆ ਉਹਨੂੰ ਅਸੀਂ ਮੰਨਣ ਦੀ ਕੋਸ਼ਿਸ਼ ਵੀ ਕਰਨੀ ਹੁੰਦੀ ਹੈ। ਆਓ ਫਿਰ ਹੁਣ ਆਪਾਂ ਪਾਤਸ਼ਾਹ ਦੇ ਇੱਕ ਸ਼ਬਦ ਦੀ ਸੰਖੇਪ ਜਿਹੇ ਰੂਪ ਦੇ ਅੰਦਰ ਵਿਚਾਰ ਕਰ ਲਈਏ, ਜਿੰਨਾ ਕੁ 14-15 ਮਿੰਟ ਸਮਾਂ ਆਪਣਾ ਬਾਕੀ ਹੈ। ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਸਾਨੂੰ ਸਮਝਾਇਆ ਸਾਰਿਆਂ ਨੂੰ, ਜਿਵੇਂ ਆਮ ਜੀਵਾਂ ਦੀ ਅੱਜ ਸਾਡੀ ਮੁਸ਼ਕਲ ਹੈ ਕਿ ਸਾਡਾ ਜੀ ਮਨ ਨਹੀਂ ਟਿਕਦਾ, ਸਾਡਾ ਮਨ ਸਾਡੇ ਕਹਿਣੇ 'ਚ ਨਹੀਂ ਰਹਿੰਦਾ, ਆਪਣੀ ਆਤਮਾ ਬਰਲਾਪ ਕਰਦੀ ਹੈ, ਮਨ ਇਹ ਪੰਜਾਂ ਦਾ ਸਾਥੀ ਹੋ ਜਾਂਦਾ ਹੈ। ਇਹਨੂੰ ਫਿਰ ਕਿਵੇਂ ਟਿਕਾਇਆ ਜਾਵੇ? ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਸਾਨੂੰ ਬੜੀ ਸੌਖੀ ਜੀ ਉਦਾਹਰਣ ਦੇ ਕੇ ਸਮਝਾਈ ਹੈ। ਕਹਿੰਦੇ, ਮਨ ਗੁਰਮਤਿ ਚਾਲ ਚਲਾਵੇ ਗੋ, ਜਿਉ ਮੈਗਲ ਮਸਤ ਦੀਜੇ ਤਲ ਕੁੰਡੇ, ਗੁਰ ਅੰਕਸ਼ ਸ਼ਬਦ ਦਰੜਾਵੇ ਗੋ। ਹੁਣ ਹਾਥੀ ਦੀ ਉਦਾਹਰਣ ਦਿੱਤੀ ਗਈ, ਕਿਉਂਕਿ ਆਪਣੇ ਮਨ ਨੂੰ ਗੁਰਬਾਣੀ ਅੰਦਰ ਇੱਕ ਜਗ੍ਹਾ ਹਾਥੀ ਵੀ ਕਿਹਾ। ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ, ਜੇ ਖਿੰਚੇ ਤਿਹ ਜਾਹੇ, ਨਾਨਕ ਹਸਤੀ ਕੁੰਡੇ ਬਾਹਰਾ, ਫਿਰ ਉੱਜੜ ਪਾਹੇ। ਕਿ ਜਿਵੇਂ ਹਾਥੀ ਆ, ਉਹਨੂੰ ਵੱਸਦੇ ਕਰਨ ਲਈ ਉਹਦੇ ਕੁੰਡਾ ਪਾਇਆ ਜਾਂਦਾ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਸਾਡਾ ਮਨ ਵੀ ਇੱਕ ਹਾਥੀ ਦੀ ਨਿਆਈ ਹੈ। ਇਹਦੇ ਚ ਵੀ ਆਪਾਂ ਮਨ ਗੁਰਮਤਿ ਚਾਲ ਚਲਾਵੇਗੋ, ਆਪਣੇ ਮਨ ਨੂੰ ਗੁਰੂ ਦੀ ਮੱਤ ਦੇ ਅਨੁਸਾਰ ਚਲਾਉਣ ਦਾ ਯਤਨ ਕਰਨਾ ਹੁੰਦਾ। ਜਿਉ ਮੈਗਲ ਮਸਤ ਦੀਜੈ ਤਲ ਕੁੰਡੇ, ਗੁਰ ਅੰਕਸ਼ ਸ਼ਬਦ ਦਰੜਾਵੇਗੋ। ਜਿਵੇਂ ਹਾਥੀ ਦੇ ਕੁੰਡਾ ਪਾਇਆ ਜਾਂਦਾ, ਉਹ ਮੁਹਾਵਤ ਜਿਹੜਾ ਚਲਾਉਣ ਵਾਲਾ ਜਿੱਧਰ ਨੂੰ ਕੁੰਡਾ ਕਰਦਾ ਉਸੇ ਪਾਸੇ ਨੂੰ ਹਾਥੀ ਨੂੰ ਮੁੜਨਾ ਪੈਂਦਾ। ਇਸੇ ਤਰ੍ਹਾਂ ਗੁਰਮੁਖੋ, ਜਦੋਂ ਅਸੀਂ ਆਪਣੇ ਮਨ ਨੂੰ ਸ਼ਬਦ ਦੇ ਅਭਿਆਸ ਦੇ ਨਾਲ ਕੁੱਟ-ਕੁੱਟ ਕੇ ਇਹਨੂੰ ਸੋਝੀ ਦੇ ਲਾਂਗੇ, ਗੁਰੂ ਦੀ ਮੱਤ 'ਚ ਆ ਜਾਾਂਗੇ, ਇਹ ਵੀ ਹਾਥੀ ਬਣਿਆ ਸਾਡਾ ਮਨ ਗੁਰੂ ਦੀ ਮੱਤ ਅਨੁਸਾਰ ਚੱਲਣਾ ਸ਼ੁਰੂ ਕਰ ਦਊਗਾ। ਨਹੀਂ ਫਿਰ ਇਹਦੀ ਹਾਲਤ ਕੀ ਆ? ਚੱਲ ਧੋ ਚਲੇ ਚਲੇ ਦੇ ਦੇ ਦਸ, ਗੁਰ ਰਾਖੇ ਹਰ ਲਿਵ ਲਾਵੇ ਗੋ। ਨਹੀਂ ਤਾਂ ਫਿਰ ਸਾਡਾ ਮਨ ਇੱਕ ਛਿਨ ਦੇ ਅੰਦਰ ਬਹੁਤ ਸਾਰੀਆਂ ਦਸਾਂ ਦਿਸ਼ਾਵਾਂ ਦੇ ਅੰਦਰ ਇਹ ਦੌੜਦਾ ਰਹਿੰਦਾ। ਉਹ ਆਪਣੇ ਮਨਾਂ ਦੀ ਜੋ ਹਾਲਤ ਆ ਸਾਰਿਆਂ ਨੂੰ ਪਤਾ ਹੀ ਆ। ਇੱਕ ਛਿਨ ਦੇ ਅੰਦਰ ਜੇ ਨਾ ਮਾਲਕ ਕਿਰਪਾ ਕਰਦੇ, ਆਪਾਂ ਨੂੰ ਭਾਈ ਸਾਹਿਬ ਭਾਈ ਸੇਵਾ ਸਿੰਘ ਦੀ ਧਰਮਾਲਾ ਸੰਗਤ ਮਿਲਦੀ, ਜਾਂ ਹੁਣ ਭਾਈ ਦਲਵੀਰ ਸਿੰਘ ਦੀ ਧਰਮਾਲਾ ਉਹਨਾਂ ਦੀ ਥਾਂ ਸੇਵਾ ਨਿਭਾ ਰਹੇ ਹੈ, ਸੱਚੀ ਸੰਗਤ ਨਾ ਮਿਲਦੀ ਤਾਂ ਆਪਾਂ ਨੂੰ ਪਤਾ ਹੀ ਨਹੀਂ ਸੀ ਲੱਗਣਾ ਗੁਰਬਾਣੀ ਪੜ੍ਹਨ ਦੇ ਬਾਵਜੂਦ ਵੀ ਕਿ ਸਾਡੇ ਮਨ ਦੇ ਨਾ ਟਿਕਣ ਦੇ ਕਾਰਨ ਕੀ ਹੈ, ਕਿ ਵਿਚਾਰਾਂ 'ਚ ਭਜਦਾ। ਹੁਣ ਆਪਾਂ ਨੂੰ ਪਤਾ ਲੱਗ ਗਿਆ ਸਾਰਿਆਂ ਨੂੰ। ਇਹੀ ਪਾਤਸ਼ਾਹ ਸਮਝਾ ਰਹੇ ਆ, ਚੱਲ ਤੋ ਚੱਲੇ ਚੱਲੇ ਦਹਿ ਦਹਿ ਦਿਸ, ਗੁਰ ਰਾਖੇ ਹਰ ਲਿਵ ਲਾਵੇ ਗੋ। ਕਹਿੰਦੇ ਨਹੀਂ ਤਾਂ ਸਾਡਾ ਮਨ ਹਰ ਸਮੇਂ ਦਸਾਂ ਦਿਸ਼ਾਵਾਂ ਦੇ ਅੰਦਰ ਦੌੜਦਾ। ਜਦੋਂ ਫਿਰ ਅਸੀਂ ਗੁਰੂ ਦੀ ਮੱਤ ਲੈ ਕੇ ਗੁਰੂ ਦੀ ਸੇਵਾ ਕਰਦੇ ਹਾਂ, ਉਹ ਫਿਰ ਸਾਡਾ ਰਾਖਾ ਬਣਦਾ। ਫਿਰ ਗੁਰੂ ਗੁਰੂ ਕਰਦਿਆਂ ਤੋਂ ਸਾਡੇ ਮਨ ਦੀ ਲਿਵ
ਆ ਦੁਨੀਆ ਦੇ ਵਿਚਾਰਾਂ ਦੇ ਵਿੱਚੋਂ ਨਿਕਲ ਕੇ ਹਰੀ ਦੇ ਨਾਲ ਜੁੜਨੀ ਸ਼ੁਰੂ ਹੋ ਜਾਂਦੀ ਹੈ। ਜਿਹਦੇ ਬਗੈਰ ਅਸੀਂ ਨਿਮਾਣੇ ਆ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋ ਕਿਆ ਕਰੇ ਵਿਚਾਰੀ ਹੈ। ਅੱਗੇ ਪਾਤਸ਼ਾਹ ਸਮਝਾ ਰਹੇ ਆ, ਸਤਿਗੁਰ ਸ਼ਬਦ ਦੇਰ ਦੇ ਅੰਤਰ, ਮੁਖ ਅੰਮ੍ਰਿਤ ਨਾਮ ਚੁਆਵੇ ਗੋ। ਜਿਉਂ-ਜਿਉਂ ਫਿਰ ਸਾਡੀ ਗੁਰਮੰਤਰ ਦਾ ਅਭਿਆਸ ਕਰਦਿਆਂ ਗੁਰਬਾਣੀ ਦਾ ਗਿਆਨ ਲੈਂਦਿਆਂ ਸਾਡੇ ਹਿਰਦੇ ਦੇ ਅੰਦਰ ਮਾਲਕ ਦਾ ਉਹ ਸ਼ਬਦ ਟਿਕਣਾ ਸ਼ੁਰੂ ਹੋ ਜਾਂਦਾ ਹੈ, ਜਿਹਨੂੰ ਨਾਮ ਕਹਿੰਦੇ ਨੇ, ਅਨਹਤ ਬਾਣੀ ਕਹਿੰਦੇ ਨੇ, ਹਰ ਕੀ ਕਥਾ ਕਹਿੰਦੇ ਨੇ। ਜਿਉਂ ਹੀ ਸਾਡੇ ਹਿਰਦੇ ਦੇ ਅੰਦਰ ਪਰਮਾਤਮਾ ਦਾ ਨਾਮ ਵਸ ਗਿਆ, ਪ੍ਰਗਟ ਹੋ ਗਿਆ, ਉਹਦੀ ਨਿਸ਼ਾਨੀ ਫਿਰ ਕੀ ਪਾਤਸ਼ਾਹ ਸਮਝਾ ਰਹੇ ਹਨ, ਮੁਖ ਅੰਮ੍ਰਿਤ ਨਾਮ ਚੁਆਵੇ ਗੋ। ਸਾਡੇ ਮੁਖ ਦੇ ਅੰਦਰ, ਸਾਡੀ ਰਸਨਾ ਦੇ ਅੰਦਰ ਜਦੋਂ ਅਕਾਲ ਪੁਰਖ ਦੇ ਚਰਨ ਸਾਡੇ ਅੰਦਰ ਪ੍ਰਗਟ ਹੋ ਗਏ, ਜਿਹਨੂੰ ਆਪਾਂ ਗੁਰਬਾਣੀ ਚ ਪੜ੍ਹਦੇ ਆਂ, ਅਦਿਸ਼ਟ ਅਗੋਚਰ ਪਾਰ ਬ੍ਰਹਮ ਬਿਲ ਸਾਧੂ ਅਕਥ ਕਥਾਇਆ ਥਾ, ਅਨਹਦ ਸ਼ਬਦ ਦਸਵੇਂ ਦੁਆਰ ਵਾਜਿਓ ਤੇ ਅੰਮ੍ਰਿਤ ਨਾਮ ਚੁਆਇਆ ਥਾ। ਇਹ ਨਿਸ਼ਾਨੀ ਆ ਜਦੋਂ ਸਾਡੇ ਹਿਰਦੇ ਦੇ ਅੰਦਰ ਮਾਲਕ ਦਾ ਸ਼ਬਦ ਪ੍ਰਗਟ ਹੋ ਗਿਆ, ਸਤਿਗੁਰ ਦਾ ਨਾਮ ਪ੍ਰਗਟ ਹੋ ਗਿਆ, ਸਾਡੇ ਮੁਖ ਦੇ ਅੰਦਰ ਅੰਮ੍ਰਿਤ ਚੋਣਾ ਸ਼ੁਰੂ ਹੋ ਜਾਏਗਾ। ਸਤਿਗੁਰ ਸ਼ਬਦ ਦੇਰਦ ਅੰਤਰ, ਮੁਖ ਅੰਮ੍ਰਿਤ ਨਾਮ ਚੁਆਵੇ ਗੋ। ਬਿਸਿਅਰ ਬਿਸੂ ਭਰੇ ਹੈ ਪੂਰਨ, ਗੁਰ ਗਰੜ ਸ਼ਬਦ ਮੁਖ ਪਾਵੇ ਗੋ। ਜਿਵੇਂ ਸੱਪ ਕਹਿੰਦੇ ਆ ਜੀ, ਬਿਛੂ ਆ, ਜ਼ਹਿਰ ਆ, ਇਹਨਾਂ ਦਾ ਜ਼ਹਿਰ ਇਨਸਾਨ ਨੂੰ ਚੜ ਜੇ, ਚਲੋ ਹੁਣ ਤਾਂ ਇਲਾਜ ਹੋ ਗਏ, ਪਹਿਲੇ ਸਮਿਆਂ ਦੇ ਅੰਦਰ ਗਾਰੜੂ ਹੁੰਦੇ, ਉਹ ਫਿਰ ਮੰਤਰ ਪੜ੍ਹ ਕੇ ਜ਼ਹਿਰ ਉਤਾਰ ਜਾਂਦੇ। ਇਸੇ ਤਰ੍ਹਾਂ ਸਾਡੇ ਮਨ ਨੂੰ ਵੀ ਬਹੁਤ ਸਾਰੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿਕ ਦੇ ਜ਼ਹਿਰ ਚੜੇ ਹੋਏ ਆ, ਜਿਹੜੇ ਦੁਨੀਆ ਦੇ ਡਾਕਟਰਾਂ ਤੋਂ, ਦੁਨੀਆ ਦੇ ਗਾਰਡੂਆਂ ਤੋਂ ਨਹੀਂ ਉਤਰਦੇ। ਫਿਰ ਸਾਨੂੰ ਪਾਤਸ਼ਾਹ ਨੇ ਇੱਕ ਸਾਧਨ ਦੱਸਿਆ, ਗੁਰ ਗਰੜ ਸ਼ਬਦ ਮੁਖ ਪਾਵੇ ਗੋ। ਗੁਰੂ ਦਾ ਜਿਹੜਾ ਮੰਤਰ ਹੈ ਗਰੜ, ਜਦੋਂ ਇਹਨੂੰ ਅਸੀਂ ਜਪਾਂਗੇ, ਕਿਉਂਕਿ ਹੁਣ ਜਿੰਨੀ ਕੁ ਸੰਗਤ ਆਪਾਂ ਜੁੜਦੇ ਆਂ, ਤਕਰੀਬਨ ਇਹ ਸਾਰੇ ਗੁਰਮੰਤਰ ਦਾ ਅਭਿਆਸ ਕਰਦੇ ਆਂ। ਇਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਜਿੰਨਾ ਜਿੰਨਾ ਕੁ ਅਸੀਂ ਮਿਹਨਤ ਕਰਦੇ ਆਂ, ਉਨੀ ਕੁ ਸਾਡੇ ਮਨਾਂ ਦੀ ਜਿਹੜੀ ਜ਼ਹਿਰ ਆ ਉਹ ਉਤਰ ਰਹੀ ਹੈ। ਹੌਲੀ ਹੌਲੀ ਪਾਤਸ਼ਾਹ ਕਹਿੰਦੇ ਤੁਹਾਡੇ ਤੇ ਕਿਰਪਾ ਹੋ ਜੂਗੀ, ਹੁਣ ਤੁਸੀਂ ਇਹ ਜ਼ਹਿਰ ਨੂੰ ਉਤਾਰਦੇ ਹੋ। ਇੱਕ ਸਮਾਂ ਐਸਾ ਹੋ ਜਾਊਗਾ ਕਿ ਜਦੋਂ ਮਾਲਕ ਦੀ ਪੂਰਨ ਤੌਰ ਤੇ ਤੁਹਾਡੇ ਤੇ ਖੁਸ਼ੀ ਹੋ ਗਈ, ਜਦੋਂ ਉਹ ਦਇਆ ਦੇ ਘਰ ਚ ਆ ਗਏ, ਫੇਰ ਇਹ ਜਿਹੜੀ ਮਾਇਆ ਰੂਪੀ ਭੁਅੰਗ ਆ, ਦ੍ਰਿਸ਼ਟਮਾਨ ਅਤੇ ਸੂਖਮ, ਉਹ ਸਾਡੇ ਨੇੜੇ ਨਹੀਂ ਆਊਗੀ। ਫਿਰ ਪਾਤਸ਼ਾਹ ਕੀ ਸਮਝਾ ਰਹੇ ਆ, ਮਾਇਆ ਭੁਅੰਗ ਤਿਸ ਨੇੜ ਨਾ ਆਵੇ, ਵਿਖ ਝਾਰ ਝਾਰ ਲਿਵ ਲਾਵੇ ਗੋ। ਜਿਵੇਂ ਆਪਣੇ ਕੱਪੜਿਆਂ ਨੂੰ ਕਈ ਵਾਰ ਮੈਲ ਲੱਗ ਜਾਂਦੀ ਆ, ਕਾਲਖ ਲੱਗ ਜਾਂਦੀ ਆ, ਸਾਤੋਂ ਵੇਖ ਨਹੀਂ ਹੁੰਦਾ, ਅਸੀਂ ਫਟਾਫਟ ਕੱਪੜਿਆਂ ਨੂੰ ਝਾੜਦੇ ਆਂ ਤੇ ਉਤਾਰਦੇ ਆਂ। ਸਾਡੇ ਸਰੀਰ ਨੂੰ ਲੱਗ ਜਾਂਦੀ ਆ ਮੈਲ, ਕਾਲਖ ਲੱਗ ਜਾਂਦੀ ਆ, ਮਿੱਟੀ ਲੱਗ ਜਾਂਦੀ ਆ, ਅਸੀਂ ਫਟਾਫਟ ਇਸ਼ਨਾਨ ਕਰਦੇ ਆਂ, ਕੱਪੜੇ ਬਦਲੀ ਕਰਦੇ ਆਂ, ਸਾਫ਼ ਕੱਪੜੇ ਪਾਉਨੇ ਆ, ਤਾਂ ਕਿ ਸਾਡੀਆਂ ਅੱਖਾਂ ਵੇਖ ਨਹੀਂ ਸਕਦੀਆਂ ਮੈਲੇ ਕੱਪੜੇ ਨੂੰ। ਇਸੇ ਤਰ੍ਹਾਂ ਜਿਹੜਾ ਸਾਡਾ ਮਾਲਕ ਆ, ਉਹ ਸਾਡੇ ਤਨ ਨੂੰ ਨਹੀਂ ਵੇਖਦਾ, ਉਹ ਸਾਡੇ ਮਨ ਨੂੰ ਵੇਖਦਾ। ਉਹ ਨਹੀਂ ਚਾਹੁੰਦਾ ਕਿ ਮੇਰਾ ਜਿਹੜਾ ਬੱਚਾ ਮਨ ਆ, ਇਹਨੂੰ ਕਿਸੇ ਤਰ੍ਹਾਂ ਦੀ ਮੈਲ ਲੱਗੇ। ਇਹ ਤਾਂ ਪਹਿਲਾਂ ਹੀ ਵਿਚਾਰਾ ਪਤਾ ਨਹੀਂ ਕਿੰਨੇ ਕੁ ਜਨਮਾਂ ਦੀ ਮੈਲ ਕਰਕੇ ਦੁੱਖ ਭੋਗ ਰਿਹਾ। ਜਨਮ ਜਨਮ ਕੀ ਇਸ ਮਨ ਕੋਮਲ ਲਾਗੀ, ਕਾਲਾ ਹੋਆ ਸਿਆਹੋ। ਹੁਣ ਆਮ ਜੀਵ ਨੂੰ ਸੱਚੀ ਸੰਗਤ ਤੋਂ ਬਿਨਾ ਮਨ ਦੀ ਮੈਲ ਦਾ ਗਿਆਨ ਨਹੀਂ ਪਤਾ ਲੱਗਦਾ, ਗੁਰਬਾਣੀ ਪੜ੍ਹੇ ਬਿਨਾ ਮਨ ਨੂੰ ਸਾਫ਼ ਕਰਨ ਦਾ ਤਰੀਕਾ ਨਹੀਂ ਪਤਾ ਲੱਗਦਾ, ਜਾਂ ਫਿਰ ਪੜ੍ਹਦੇ ਹੋਏ ਵਿਚਾਰ ਨਹੀਂ ਹੈ, ਜਾਂ ਕੋਈ ਅੱਛੇ ਮਹਾਂਪੁਰਖ ਦੀ ਗੁਰਮੁਖ ਦੀ ਸੰਗਤ ਨਹੀਂ ਹੋਈ। ਸਾਰੀ ਉਮਰ ਪੜ੍ਹਦੇ ਵੀ ਰਹਿੰਦੇ ਆ, ਭਰੀ ਐ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾ ਆਵੇ ਕੇ ਰੰਗ, ਤੇ ਧੋਣਾ ਨਹੀਂ ਜਾਣਦੇ। ਪੜ੍ਹਦੇ ਵੀ ਆ ਰੋਜ਼, ਮਨ ਆਪਣਾ ਮਨ ਧੋਵੋ ਸ਼ਬਦ ਲਾਗੋ, ਹਰਿ ਸਿਉ ਰਹੋ ਚਿਤ ਲਾਏ,
ਪਰ ਫੇਰ ਵੀ ਕਈ ਵਾਰ ਜਿੰਨਾ ਚਿਰ ਮਾਲਿਕ ਦੀ ਦਇਆ ਦ੍ਰਿਸ਼ਟੀ ਨਹੀਂ ਹੁੰਦੀ ਤਾਂ ਸਾਡੇ ਮਨ ਨੂੰ ਇਹ ਜਿਹੜੀ ਲੱਗੀ ਹੋਈ ਮੈਲ ਆ ਉਹ ਰਹਿੰਦੀ ਨਹੀਂ। ਹੁਣ ਪਾਤਸ਼ਾਹ ਸਾਨੂੰ ਗੁਰਬਾਣੀ ਦੇ ਅੰਦਰ ਸਮਝਾ ਰਹੇ ਆ ਕਿ ਜਦੋਂ ਭਾਈ ਤੁਸੀਂ, ਜਿਵੇਂ ਆਪਾਂ ਕੱਪੜਾ ਘੱਟ ਮੈਲਾ ਛੇਤੀ ਸਾਫ਼ ਹੋ ਜਾਂਦਾ, ਜਿਆਦੇ ਮੈਲ ਲੱਗਦੀ ਆ ਤਾਂ ਉੱਥੇ ਬਹੁਤ ਸਾਰਾ ਫਿਰ ਆਪਾਂ ਨੂੰ ਯਤਨ ਕਰਨਾ ਪੈਂਦਾ। ਇਸੇ ਤਰ੍ਹਾਂ ਜੇ ਅਸੀਂ ਸੰਗਤ ਨਹੀਂ ਕਰਦੇ, ਨਿਤਾ ਪ੍ਰਤੀ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ ਤਾਂ ਸਾਡੇ ਮਨ ਨੂੰ ਬਹੁਤ ਮੈਲ ਲੱਗ ਜਾਂਦੀ ਹੈ। ਪਾਤਸ਼ਾਹ ਫਿਰ ਸਾਨੂੰ ਸਮਝਾਉਂਦੇ ਆ ਕਿ ਜਿਵੇਂ ਤੁਸੀਂ ਹਰ ਰੋਜ਼ ਤਨ ਦੇ ਕੱਪੜੇ ਸਾਫ਼ ਪਾਉਂਦੇ ਹੋ, ਤਨ ਦਾ ਇਸ਼ਨਾਨ ਕਰਾਉਂਦੇ ਹੋ, ਇਸੇ ਤਰ੍ਹਾਂ ਤੁਹਾਡੇ ਮਨ ਨੂੰ ਵੀ ਹਰ ਰੋਜ਼ ਮੈਲ ਲੱਗਦੀ ਹੈ, ਕਿਉਂਕਿ ਸਾਰਾ ਸੰਸਾਰ ਹੀ ਮੈਲਾ ਮੈਲਾ, ਬ੍ਰਹਮਾ ਮੈਲਾ ਇੰਦ, ਰੱਬ ਮੈਲਾ ਮੈਲਾ ਹੈ ਚੰਦ, ਮੈਲਾ ਮਰਤਾ ਇਹ ਸੰਸਾਰ, ਇੱਕ ਹਰ ਨਿਰਮਲ ਜਾ ਕਾ ਅੰਤ ਨ ਪਾਰ। ਪਾਤਸ਼ਾਹ ਕਹਿੰਦੇ ਸਾਰਾ ਕੁਝ ਹੀ ਮੈਲਾ। ਹੁਣ ਜਦੋਂ ਆਪਾਂ ਮੈਲੇ ਸੰਸਾਰ 'ਚ ਰਹਿੰਦੇ ਆ, ਅੱਖਾਂ ਰਾਹੀਂ ਵੀ ਸਾਡੇ ਮਨ ਨੂੰ ਮੈਲ ਲੱਗਦੀ ਆ, ਕੰਨਾਂ ਰਾਹੀਂ ਵੀ ਲੱਗਦੀ ਆ, ਰਸਨਾ ਦੁਆਰਾ ਵੀ ਲੱਗਦੀ ਆ। ਹੁਣ ਪਾਤਸ਼ਾਹ ਕਹਿੰਦੇ ਜਦੋਂ ਤੁਹਾਨੂੰ ਸੋਝੀ ਆ ਗਈ, ਤੁਸੀਂ ਆਪਣਾ ਜੀਵਨ ਗੁਰੂ ਦੀ ਮੱਤ ਅਨੁਸਾਰ ਚਲਾਉਣਾ ਸ਼ੁਰੂ ਕੀਤਾ, ਮਨ ਗੁਰਮਤਿ ਚਾਲ ਚਲਾਵੇਗੋ। ਜਿਉ ਮੈਗਲ ਮਹਤ ਦੀਜੇ ਤਲ ਕੁੰਡੇ, ਗੁਰ ਅੰਕਸ਼ ਸ਼ਬਦ ਦਰੜਾਵੇਗੋ। ਜਦੋਂ ਤੁਸੀਂ ਗੁਰੂ ਦੇ ਗਿਆਨ ਦਾ ਕੁੰਡਾ ਮਨ ਰੂਪੀ ਹਾਥੀ ਨੂੰ ਪਾ ਲਿਆ ਤੇ ਉਦੋਂ ਫਿਰ ਇਹ ਤੁਹਾਡਾ ਕੀ ਹੋਵੇਗਾ, ਇਹ ਜਿਹੜੀ ਮਾਇਆ ਭੁਅੰਗ ਆ, ਮਾਇਆ ਭੁਅੰਗ ਤਿਸ ਨੀੜ ਨਾ ਆਵੇ, ਵਿਖ ਝਾਰ ਝਾਰ ਲਿਵ ਲਾਵੇਗੋ। ਇਹ ਸਾਡੇ ਮਨ ਨੂੰ ਜਿਹੜੀ ਜ਼ਹਿਰ ਚੜੀ ਹੋਈ ਹੈ, ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਅਹੰਕਾਰ ਦੀ, ਨਿੰਦਿਆ ਦੀ, ਚੁਗਲੀ ਦੀ, ਦੁਬਦਾ ਦੀ, ਈਰਖਾ ਦੀ, ਜਦੋਂ ਫਿਰ ਅਸੀਂ ਗੁਰਮੰਤਰ ਦਾ ਅਭਿਆਸ ਕਰਦੇ ਹਾਂ, ਵਾਹਿਗੁਰੂ 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 ਵਾਹਿਗੁਰੂ, ਇਹ ਫਿਰ ਆਪਾਂ ਮੈਲ ਹੀ ਉਤਾਰ ਰਹੇ ਹਾਂ ਨਾ। ਹੌਲੀ ਹੌਲੀ ਉਤਾਰਦਿਆਂ ਇੱਕ ਸਮਾਂ ਐਸਾ ਬਣ ਜਾਊਗਾ ਜਦੋਂ ਮਾਲਿਕ ਨੇ ਫਿਰ ਸਾਡੇ ਤੇ ਦਇਆ ਕਰ ਦੇਣੀ ਆ, ਫਿਰ ਇਹ ਸਾਡੇ ਮਨ ਨੂੰ ਮੈਲ ਲੱਗਣੀ ਵੀ ਨਹੀਂ। ਮਾਇਆ ਭੁਅੰਗ ਤਿਸ ਨੇੜ ਨਾ ਆਵੇ, ਵਿਖ ਝਾਰ ਝਾਰ ਲਿਵ ਲਾਵੇਗੋ। ਇਹ ਫਿਰ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਆਪਾਂ ਨੂੰ ਗੁਰਮੁਖ ਪਿਆਰਿਓ ਗਿਆਨ ਉਪਦੇਸ਼ ਦਿੱਤਾ ਗੁਰਬਾਣੀ ਦੇ ਅੰਦਰ ਕਿ ਭਾਈ ਜੇ ਤੁਸੀਂ ਆਪਦੇ ਜੀਵਨ ਨੂੰ ਠੀਕ ਕਰਨਾ ਚਾਹੁੰਦੇ ਹੋ, ਸੁਚੱਜਾ ਕਰਨਾ ਚਾਹੁੰਦੇ ਹੋ, ਸੁਖੀ ਕਰਨਾ ਚਾਹੁੰਦੇ ਹੋ, ਯਾਤਰਾ ਜੀਵਨ ਦੀ ਸਫਲ ਕਰਨੀ ਚਾਹੁੰਦੇ ਹੋ, ਤਾਂ ਫਿਰ ਤੁਸੀਂ ਇਹ ਕਰਮ ਕਰਿਆ ਕਰੋ, ਮਨ ਗੁਰਮਤਿ ਚਾਲ ਚਲਾਵੇਗੋ। ਜਿਉ ਮੈਗਲ ਮਸਤ ਦੀਜੇ ਤਲ ਕੁੰਡੇ, ਗੁਰ ਅੰਕਸ਼ ਸ਼ਬਦ ਦਰੜਾਵੇਗੋ। ਸਾਡੇ ਮਨ ਨੇ ਬਾਰ-ਬਾਰ ਇਹ ਸੰਸਾਰ ਦੇ ਵਿਚਾਰ ਲੈਣੇ ਆ, ਸੰਸਾਰ ਵੱਲ ਨੂੰ ਜਾਣਾ ਹੁੰਦਾ ਤੇ ਅਸੀਂ ਗਲਤ ਪਾਸਿਓਂ ਆਪਦੇ ਮਨ ਨੂੰ ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ ਮੋੜਨਾ ਹੁੰਦਾ। ਜਦੋਂ ਫਿਰ ਇਹ ਅਸੀਂ ਮਿਹਨਤ ਕਰਾਂਗੇ, ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨਗੇ। ਇੱਕ ਸਮਾਂ ਐਸਾ ਬਣ ਜਾਊਗਾ ਜਦੋਂ ਉਹਨਾਂ ਦੀ ਨਜ਼ਰ ਸਾਡੇ ਤੇ ਮਿਹਰ ਦੀ ਹੋਈ ਤੇ ਫੇਰ ਸਾਡੇ ਤੇ ਇਹ ਮਾਇਆ ਦਾ ਅਸਰ ਨਹੀਂ ਰਹੇਗਾ। ਮਾਇਆ ਭੰਗ ਤਿਸ ਨੇੜ ਨਾ ਆਵੇ, ਵਿਖ ਝਾਰ ਝਾਰ ਲਿਵ ਲਾਵੇਗੋ। ਜਿਨ੍ਹਾਂ ਨੇ ਫਿਰ ਇਹ ਜ਼ਹਿਰ ਨੂੰ ਝਾੜ ਝਾੜ ਕੇ ਗੁਰਮੰਤਰ ਦਾ ਅਭਿਆਸ, ਗੁਰਬਾਣੀ ਦੇ ਗਿਆਨ ਦੁਆਰਾ, ਸੇਵਾ ਸਿਮਰਨ ਦੁਆਰਾ ਇਹਨੂੰ ਪਰੇ ਕਰਨਾ ਸਿੱਖ ਲਿਆ, ਤੇ ਜਦੋਂ ਸਾਡੇ ਮਨ ਦੀ ਲਿਵ ਅਕਾਲ ਪੁਰਖ ਦੇ ਚਰਨਾਂ ਨਾਲ ਲੱਗੀ, ਉਹਨਾਂ ਚਰਨਾਂ ਚ ਜੋ ਰਸਾਇਣ ਨਾਮ ਰਹਿ ਚੁੰਦਾ, ਸਾਡਾ ਇਸ਼ਨਾਨ ਉਸ ਅੰਮ੍ਰਿਤ ਤੀਰਥ ਆਤਮ ਤੀਰਥ ਤੇ ਹੋਣਾ ਸ਼ੁਰੂ ਹੋ ਗਿਆ, ਜਿੱਥੇ ਇਹ ਬਿਲਕੁਲ ਨਿਰਮਲ ਹੋ ਜਾਣਾ। ਫੇਰ ਪਾਤਸ਼ਾਹ ਕਹਿੰਦੇ ਮੈਲ ਕਾਹਦੀ ਲੱਗੂਗੀ। ਇਸ ਕਰਕੇ ਗੁਰਮੁਖ ਪਿਆਰਿਓ, ਅੱਜ ਆਪਾਂ ਅਰਦਾਸ ਬੇਨਤੀ ਕਰੀਏ ਮਨ ਦੇ ਅੰਦਰ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਚਰਨਾਂ 'ਚ ਕਿ ਮਹਾਰਾਜ ਜੀ ਅੱਜ ਤੁਹਾਡਾ ਗੁਰਤਾ ਗੱਦੀ ਦਿਵਸ ਆ, ਅਸੀਂ ਜਿੰਨੀ ਕੁ ਸਾਨੂੰ ਸੋਝੀ ਤੁਸੀਂ ਬਖਸ਼ੀ ਉਸ ਹਿਸਾਬ ਦੇ ਨਾਲ ਤੁਹਾਡੀ ਉਸਤਤ ਵਡਿਆਈ ਕੀਤੀ, ਸੰਗਤ ਰੂਪ 'ਚ ਇਕੱਠੇ ਹੋਏ,
ਸਾਡੇ ਤੇ ਦਇਆ ਕਰ ਦਿਓ। ਅਸੀਂ ਆ ਤੁਹਾਡੇ ਬਚਨਾਂ ਦੇ ਉੱਪਰ ਚੱਲਣ ਦਾ ਸਾਨੂੰ ਬਲ ਉਦਮ ਬਖਸ਼ਿਸ਼ ਕਰ ਦਿਓ। ਤੇ ਜਦੋਂ ਆਪਾਂ ਅਰਦਾਸ ਕਰਾਂਗੇ, ਨਿਮਰਤਾ ਇੰਨੀ ਚਾਹੀਦੀ ਆ, ਜਿਵੇਂ ਆਪਾਂ ਪੜ੍ਹਦੇ ਆ, ਭੱਟਾਂ ਨੇ ਵਡਿਆਈ ਕੀਤੀ ਆ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰੱਖੋ ਸ਼ਰਨਾਈ। ਆਪਾਂ ਵੀ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰੀਏ, ਸੱਚੇ ਪਾਤਸ਼ਾਹ ਔਗੁਣਹਾਰੇ ਜੀਵ ਆ, ਮਾਇਆ ਮੋਹ ਲੈਂਦੀ ਆ, ਬੜਾ ਬਰੀਕੀ ਦਾ ਜਾਲ ਆ, ਤੁਸੀਂ ਕਿਰਪਾ ਕਰਕੇ ਸਾਡੇ ਤੇ ਮਿਹਰ ਭਰਿਆ ਹੱਥ ਰੱਖੋ, ਸਾਨੂੰ ਇਹ ਮਾਇਆ ਦੇ ਬੰਧਨਾਂ ਚੋਂ ਮੁਕਤ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੀ ਜਿਵੇਂ ਤੁਸੀਂ ਸੇਵਾ ਕਰਕੇ ਪਾਤਸ਼ਾਹ ਦੀ ਖੁਸ਼ੀ ਪ੍ਰਾਪਤ ਕੀਤੀ, ਸਾਡੇ ਤੇ ਵੀ ਦਇਆ ਦੀ ਨਜ਼ਰ ਕਰੋ ਤੇ ਸਾਡੇ ਵੀ ਜੀਵਨ ਸਫਲ ਹੋਣ। ਇਹ ਆਪਾਂ ਪਾਤਸ਼ਾਹ ਦੇ ਚਰਨਾਂ 'ਚ ਗੁਰਮੁਖ ਪਿਆਰਿਓ ਬੇਨਤੀਆਂ ਕਰਨੀਆਂ ਹੁੰਦੀਆਂ। ਸਤਿਗੁਰੂ ਪਾਤਸ਼ਾਹ ਆਪਣੇ ਤੇ ਬਖਸ਼ਿਸ਼ ਕਰਨ ਸਾਰਿਆਂ ਤੇ, ਆਪਣੀਆਂ ਕੀਤੀਆਂ ਹੋਈਆਂ ਸੇਵਾਵਾਂ, ਕਿਉਂਕਿ ਕੋਈ ਗਾਉਣ ਦੀ ਕਰਦਾ, ਕੋਈ ਸੁਣਨ ਦੀ ਕਰਦਾ, ਕੋਈ ਪ੍ਰਬੰਧ ਦੀ ਕਰਦਾ। ਬੜਾ ਵੱਡਾ ਉਪਰਾਲਾ ਗੁਰਮੁਖਾਂ ਦਾ। ਭਾਈ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਬੇਟੇ ਨੇ, ਭਾਈ ਗੁਰਦੀਪ ਸਿੰਘ ਜੀ, ਕੋਈ ਅਮਰੀਕਾ ਬੈਠਾ, ਕੋਈ ਕਿਤੇ ਬੈਠਾ, ਆਪਣੇ ਸਾਰੇ ਜਿਉਂ-ਜਿਉਂ ਆਪਾਂ ਨੂੰ ਭਾਈ ਸਾਹਿਬ ਦਾ ਹੁਕਮ ਆ ਕਿ ਵੱਧ ਤੋਂ ਵੱਧ ਆਪਾਂ ਪਰਮਾਤਮਾ ਦੀ ਉਸਤਤ ਵਡਿਆਈ ਕਰਨੀ ਆ, ਨਾਮ ਜਪਣਾ ਔਰ ਜਪਾਉਣਾ, ਜਿਹੜਾ ਸਾਡੇ ਜੀਵਨ ਲਈ ਸੁੱਖ ਦਾ ਕਾਰਨ ਬਣਨਾ। ਮਿਹਰ ਕਰਨ ਪਾਤਸ਼ਾਹ ਸਾਡੇ ਤੇ ਹੱਥ ਰੱਖ ਕੇ ਇਹ ਸੇਵਾ ਲੈਂਦੇ ਰਹਿਣ। ਇਹ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦਾ ਧੰਨਵਾਦ। ਆਪਣੇ ਸਾਰਿਆਂ ਦੇ ਹਰਮਨ ਪਿਆਰੇ ਟੀਚਰ ਭਾਈ ਸੇਵਾ ਸਿੰਘ ਜੀ ਤਰਮਾਲਾ, ਭਾਈ ਦਲਵੀਰ ਸਿੰਘ ਜੀ ਤਰਮਾਲਾ, ਉਹਨਾਂ ਦਾ ਧੰਨਵਾਦ, ਜਿਨ੍ਹਾਂ ਨੇ ਇੰਨਾ ਪਿਆਰ ਦੇ ਨਾਲ ਸਾਨੂੰ ਗੁਰਬਾਣੀ ਦਾ ਗਿਆਨ ਦਿੱਤਾ ਕਿ ਆਪਾਂ ਥੋੜਾ ਸਾਰੇ ਯਤਨ ਕਰ ਰਹੇ ਹਾਂ ਆਪਣੇ ਜੀਵਨ ਨੂੰ ਸਫਲ ਕਰਨ ਦਾ। ਪਾਤਸ਼ਾਹ ਕਿਰਪਾ ਕਰਨਗੇ ਤੇ ਆਪਣੇ ਸਾਰਿਆਂ ਦੇ ਕਿ ਆਪਾਂ ਆਪਦੇ ਜੀਵਨ ਦੀ ਬਾਜੀ ਜਿੱਤ ਕੇ ਸੰਸਾਰ ਤੋਂ ਜਾਈਏ, ਕਿਉਂਕਿ ਅਹੰਕਾਰ ਕਰਨਾ ਮਾੜਾ, ਪਰ ਗੁਰੂ ਤੇ ਭਰੋਸਾ, ਗੁਰੂ ਦੀ ਬਾਣੀ ਤੇ ਭਰੋਸਾ। ਜਦੋਂ ਪਾਤਸ਼ਾਹ ਦੇ ਆਪਾਂ ਬਚਨ ਪੜ੍ਹਦੇ ਹਾਂ, ਕੋਈ ਗਾਵੇ ਕੋ ਸੁਣੈ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ, ਅੰਤ ਪਰਮਗਤ ਪਾਏ। ਇਹ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰ ਰਹੇ ਆ। ਆਓ ਜੀ, ਸਮੇਂ ਦੀ ਸਮਾਪਤੀ ਹੈ। ਵਿਚਾਰ ਕਰਦਿਆਂ ਤੋਂ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਸਾਰੀ ਸੰਗਤ ਦਾ ਧੰਨਵਾਦ। ਅਸੀਸ ਇੱਕ ਬਖਸ਼ਿਸ਼ ਕਰ ਦਿਓ। ਦੇਹੋ ਸੱਜਣ ਆਸੀਸੜੀਆਂ, ਜਾਂ ਹੋਵੇ ਸਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ।